ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਬਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬੈਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬੈਨਾਸਨ ਸੋਏ। ਦੋਹਰਾ ਮਿਲ ਬਾਲਕ ਸੋ ਖੇਲਤੇ ਚਲ ਆਏ ਨਿਜ ਧਾਮ। ਅਨ ਖਾਏ ਕਰ ਮਾਤ ਤੇ ਸੂਤੇ ਤਨ ਅਬਿਰਾਮ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦੇ ਸਦਕਾ ਸਤਿਗੁਰਾਂ ਜੀ ਦੇ ਤਰਸ ਦੇ ਸਦਕਾ ਜਿੱਥੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਤ ਅਧਿਆਇ ਦੀ 7ਵੇਂ ਦੀ ਕਥਾ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਆਰੰਭ ਕੀਤੀ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਵਿਚਾਰ ਸਰਵਣਾ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਠਸ਼ਾਲਾ ਦੇ ਵਿੱਚੋਂ ਆਪਣੇ ਉਸਤਾਦ ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਘਰ ਵਾਪਸ ਆ ਜਾਂਦੇ ਨੇ ਤੇ ਪੁੱਤਰ ਨੂੰ ਛੁੱਟੀ ਦੇ ਸਮੇਂ ਤੋਂ ਪਹਿਲਾਂ ਘਰ ਪਹੁੰਚਿਆ ਦੇਖ ਕੇ ਮਾਤਾ ਜੀ ਸਵਾਲ ਕਰਦੇ ਨੇ ਤੇ ਨਾਲ ਹੀ ਨਾਲ ਤਾੜਨਾ ਕਰਦੇ ਨੇ ਵੀ ਅੱਜ ਘਰ ਦੇ ਵਿੱਚ ਛੇਤੀ ਆਉਣ ਦਾ ਕੀ ਕਾਰਨ ਹੈ।
ਨਾਲ ਹੀ ਆਪਣੇ ਪੁੱਤਰ ਨੂੰ ਇਹ ਵੀ ਸਮਝਾਉਂਦੇ ਨੇ ਵੀ ਜੇਕਰ ਤੂੰ ਚੰਗੇ ਤਰੀਕੇ ਦੇ ਨਾਲ ਪੜ੍ਹਾਈ ਹਾਸਲ ਕਰ ਲਵੇਂਗਾ ਨਾ, ਵੱਡੇ ਹੋਏ ਤੇ ਤੇਰੀ ਇਹ ਪੜ੍ਹਾਈ ਤੇਰੇ ਕੰਮ ਆਵੇਗੀ। ਨਾਲ ਹੀ ਮਾਤਾ ਜੀ ਆਪਣੇ ਪੁੱਤਰ ਨੂੰ ਇਹ ਵੀ ਆਖਦੇ ਨੇ ਵੀ ਜੇਕਰ ਤੁਸੀਂ ਚਿੱਤ ਲਾ ਕੇ ਪੜ੍ਹਾਈ ਕਰੋਗੇ, ਵਿੱਦਿਆ ਹਾਸਲ ਕਰੋਗੇ ਨਾ, ਮੈਂ ਤੁਹਾਨੂੰ ਸੋਹਣੇ ਸੋਹਣੇ ਗਹਿਣੇ ਬਣਾ ਕੇ ਦੇਵਾਂਗੀ, ਹੋਰ ਤੇ ਹੋਰ ਸਵਾਦਿਸ਼ਟ ਭੋਜਨ ਖਾਣ ਲਈ ਵੀ ਦਵਾ ਕਰਾਂਗੀ। ਰੋਜ਼ਾਨਾ ਹੀ ਜੋ ਤੁਹਾਡਾ ਮਨ ਕਰੇਗਾ ਨਾ, ਤੁਹਾਡੀ ਇੱਛਾ ਦੇ ਅਨੁਸਾਰ ਤੁਹਾਨੂੰ ਖਾਣ ਲਈ ਪਦਾਰਥ ਵੀ ਦਿੱਤੇ ਜਾਣਗੇ। ਬਸ ਤੁਸੀਂ ਚਿੱਤ ਲਾ ਕੇ ਪੜ੍ਹਾਈ ਕਰੋ। ਤੇ ਆਖਦੇ ਨੇ ਵੀ ਜੇਕਰ ਤੁਸੀਂ ਪੜ੍ਹਾਈ ਨਾ ਕੀਤੀ ਨਾ, ਤੁਹਾਡੇ ਪਿਤਾ ਜੀ ਵੀ ਬਹੁਤ ਨਾਰਾਜ਼ ਹੋਣਗੇ ਤੁਹਾਡੇ ਤੋਂ, ਬੜੀਆਂ ਆਸਾਂ ਨੇ ਤੁਹਾਡੇ ਤੋਂ ਉਹਨਾਂ ਨੂੰ। ਇਸੇ ਤਰ੍ਹਾਂ ਵਿਚਾਰ ਚਰਚਾ ਕਰਦੇ ਨੇ। ਜਦੋਂ ਸ਼ਾਮ ਦਾ ਵੇਲਾ ਹੋ ਜਾਂਦਾ, ਸ਼ਾਮਾਂ ਪੈ ਜਾਂਦੀਆਂ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲਕ ਸਾਥੀ ਉਹਨਾਂ ਨੂੰ ਖੇਡਣ ਦੇ ਵਾਸਤੇ ਲੈ ਜਾਂਦੇ ਨੇ, ਤੇ ਨਾਲ ਹੀ ਨਾਲ ਆਪਸ ਦੇ ਵਿੱਚ ਬੈਠ ਕੇ ਬਚਨ ਵਿਲਾਸ ਕਰਦੇ ਨੇ। ਪਾਤਸ਼ਾਹ ਜੀ ਜਿੱਥੇ ਵਿਰਾਜਮਾਨ ਹੁੰਦੇ ਨੇ ਉੱਥੇ ਸਭਾ ਲੱਗ ਜਾਂਦੀ ਹੈ, ਤੇ ਸਭਾ ਦੇ ਵਿੱਚ ਬੈਠ ਕੇ ਪਾਤਸ਼ਾਹ ਜੀ ਬਚਨ ਵਿਲਾਸ ਕਰਦੇ ਨੇ। ਜਿੱਥੇ ਕਿਤੇ ਵੀ ਬਾਲਕ ਚਾਰ ਚੁਫੇਰੇ ਬੈਠ ਕੇ ਉਹਨਾਂ ਦੇ ਬਚਨ ਸਰਵਣ ਕਰਦੇ ਨੇ ਨਾ, ਬਾਲਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਾਤਸ਼ਾਹ ਜੀ ਮੈਨੂੰ ਆਖ ਰਹੇ ਨੇ। ਕੱਲੇ ਕੱਲੇ ਦੇ ਮਨ ਦੇ ਵਿੱਚ ਇਹੀ ਵਿਚਾਰ ਚੱਲ ਰਹੀ ਵੀ ਇਹ ਬਚਨ ਮੇਰੇ ਲਈ ਹੀ ਉਚਾਰਨ ਕਰਦੇ ਨੇ, ਜੋ ਕੁਝ ਵੀ ਸਿਫਤ ਸਲਾਹ ਕਰਦੇ ਨੇ। ਇਸੇ ਤਰ੍ਹਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਦੀਵਾਨ ਸਜਿਆ ਹੈ, ਸਭਾ ਸਜੀ ਹੋਈ ਹੈ, ਵਿਚਾਰਾਂ ਚੱਲ ਰਹੀਆਂ ਨੇ। ਤੇ ਜਦੋਂ ਬਾਲਕਾਂ ਦੇ ਮਾਂ-ਬਾਪ ਉਹਨਾਂ ਨੂੰ ਲੈਣ ਵਾਸਤੇ ਆਉਂਦੇ ਨੇ ਵੀ ਚਲੋ ਭਾਈ ਰਾਤ ਦਾ ਵੇਲਾ ਹੋ ਗਿਆ, ਘਰਾਂ ਨੂੰ ਚਾਲੇ ਪਾਓ, ਬਾਲਕਾਂ ਦਾ ਮਨ ਰਾਜੀ ਨਹੀਂ ਹੁੰਦਾ ਘਰ ਜਾਣ ਲਈ। ਘਰੇ ਚਲ ਵੀ ਜਾਂਦੇ ਨੇ, ਪਰ ਸੁਰਤ ਫਿਰ ਵੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਹੈ। ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਨੇ, ਕਿਉਂਕਿ ਉਹਨਾਂ ਦੇ ਮਨ ਨੂੰ ਉੱਥੇ ਠਹਿਰਾ ਰਿਹਾ, ਮਨ ਨੂੰ ਟਿਕਾ ਰਿਹਾ। ਇਸ ਕਰਕੇ ਕੋਈ ਵੀ ਘਰ ਜਾਣ ਨੂੰ ਵੀ ਤਿਆਰ ਨਹੀਂ ਹੁੰਦਾ ਸੀ। ਤੇ ਮਾਤਾ ਪਿਤਾ ਜਿਹੜੇ ਬੱਚਿਆਂ ਨੂੰ ਲੈਣ ਆਏ ਸੀ ਨਾ, ਧੱਕੇ ਦੇ ਨਾਲ ਜ਼ਬਰਦਸਤੀ ਨਾਲ ਨੂੰ ਘਰ ਲੈ ਕੇ ਜਾਂਦੇ ਨੇ, ਕਿਉਂਕਿ ਰਾਤ ਦਾ ਵੇਲਾ ਹੋ ਗਿਆ ਹੈ। ਆਓ ਅੱਜ ਦੇ ਪ੍ਰਸੰਗ ਦੀ ਇੱਥੋਂ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਝੁਕਾਉਂਦਿਆਂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਿਆਂ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਮਿਲ ਬਾਲਕ ਸੋ ਖੇਲਤੇ, ਚੱਲ ਆਏ ਨਿਜ ਧਾਮ, ਅਨ ਖਾਏ ਕਰ ਮਾਤ ਤੇ, ਸੂਤੇ ਤਨ ਅਬਿਰਾਮ। ਕਹਿੰਦੇ ਇਸੇ ਤਰ੍ਹਾਂ ਜਦੋਂ ਬਾਲਕਾਂ ਦੇ ਨਾਲ ਖੇਡਾਂ ਖੇਡ ਕੇ ਨਾ, ਨਿਜ ਧਾਮ ਦਾ ਭਾਵ ਹੈ, ਧਾਮ ਦਾ ਅਰਥ ਹੁੰਦਾ ਘਰ, ਨਿਜ ਦਾ ਭਾਵ ਹੈ ਆਪਣੇ। ਜਦੋਂ ਪਾਤਸ਼ਾਹ ਜੀ ਕਹਿੰਦੇ ਬਾਲਕਾਂ ਦੇ ਨਾਲ ਖੇਡਾਂ ਖੇਡਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਵਾਪਸ ਆ ਜਾਂਦੇ ਨੇ ਨਾ, ਅੰਨ ਖਾਏ ਭਾਵ ਪ੍ਰਸ਼ਾਦਾ ਪਾਣੀ ਛਕਿਆ, ਤੇ ਮਾਤਾ ਜੀ ਦੇ ਪਾਸੋਂ ਭੋਜਨ ਪ੍ਰਾਪਤ ਕਰਕੇ ਛਕ ਕੇ ਕਹਿੰਦੇ ਨੇ ਸੂਤੇ ਤਨ ਅਬਿਰਾਮ, ਤੇ ਸਰੀਰ ਵਾਲੇ ਆਨੰਦ ਸੁੰਦਰ ਸਰੀਰ ਵਾਲੇ ਪਾਤਸ਼ਾਹ ਜੀ ਆਰਾਮ ਲੈਂਦੇ ਨੇ, ਸੋ ਜਾਂਦੇ ਨੇ, ਸੁੱਖ ਲੈਂਦੇ ਨੇ। ਇਸੇ ਤਰ੍ਹਾਂ ਉਹ ਘਰ ਦੇ ਵਿੱਚ ਵਿਰਾਜਮਾਨ ਹੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਕਰਨ ਲੱਗ ਜਾਂਦੇ ਨੇ। ਚੌਪਈ ਜਾਮ ਜਾਮਨੀ ਜਾਗਣ ਨੇਮਾ, ਜਬ ਕਾ ਤਨ ਤਰਦਾਨੀ ਸ਼ੇਮਾ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜਦੋਂ ਪਹਿਰ ਰਾਤ ਰਹਿੰਦੀ ਹੈ ਨਾ, ਅੰਮ੍ਰਿਤ ਵੇਲਾ ਹੁੰਦਾ ਹੈ, ਤੇ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਰਾਤ ਰਹਿੰਦੀ, ਪਹਿਰ ਰਾਤ ਰਹਿੰਦੀ ਜਾਗਦੇ ਨੇ। ਨੇਮ ਦੇ ਅਨੁਸਾਰ ਆਪਣਾ ਨੇਮ ਸੰਭਾਲਦੇ ਨੇ। ਨਿੱਤ ਦਾ ਨੇਮ ਜਿਹੜਾ ਹੈ ਨਾ, ਉਹ ਵੇਲੇ ਦੀ ਸੰਭਾਲ ਕਰਦੇ ਨੇ। ਭੋਰ ਪਈ ਕੀਨੋ ਇਸ਼ਨਾਨਾ, ਪਟ ਪਹਿਰੇ ਸੁੰਦਰ ਬਿਦ ਨਾਨਾ। ਇਸੇ ਤਰ੍ਹਾਂ ਕਹਿੰਦੇ ਜਦੋਂ ਪਹਿਰ ਰਾਤ ਰਹਿੰਦੀ ਉੱਠਦੇ ਨੇ ਨਾ, ਜਾਗਦੇ ਨੇ ਪਾਤਸ਼ਾਹ ਜੀ, ਇਸ਼ਨਾਨ ਕਰਦੇ ਨੇ, ਸਰੀਰਕ ਕਿਰਿਆ ਸੋਧਦੇ ਨੇ। ਇਸ਼ਨਾਨ ਕਰਨ ਤੋਂ ਬਾਅਦ ਕਹਿੰਦੇ ਸੁੰਦਰ ਵਸਤਰ ਪਹਿਨਦੇ ਨੇ ਆਪਣੇ ਤਨ ਦੇ ਉੱਤੇ। ਦਿਵਸ ਚਰੇ ਕਾਲੂ ਗਹਿ ਹਾਥਾ, ਲੈ ਚਟਸਾਰ ਚਲਿਓ ਨਿਜ ਸਾਥਾ। ਇਸੇ ਤਰ੍ਹਾਂ ਕਹਿੰਦੇ ਜਦੋਂ ਦਿਨ ਚੜ੍ਹਦਾ ਹੈ ਨਾ, ਸੂਰਜ ਚੜ੍ਹਦਾ ਹੈ, ਪਾਠਸ਼ਾਲਾ ਜਾਣ ਦਾ ਸਮਾਂ ਹੁੰਦਾ, ਤੇ ਮਹਿਤਾ ਕਾਲੂ ਦਾਸ ਜੀ ਆਪਣੇ ਪੁੱਤਰ ਨੂੰ ਲੈ ਕੇ ਉਹ ਚਟਸਾਲ ਪਹੁੰਚਦੇ ਨੇ, ਪਾਠਸ਼ਾਲਾ ਲੈ ਜਾਂਦੇ ਨੇ।
ਪਾਂਦੇ ਸੋ ਬੋਲਿਓ ਹਿਤ ਧਰਕੈ, ਦੇਹੋ ਪੜਾਏ ਹਿਰਦੇ ਰੁਚ ਕਰਕੇ। ਤੇ ਇਸੇ ਤਰ੍ਹਾਂ ਪਾਠਸ਼ਾਲਾ ਦੇ ਵਿੱਚ ਪੁੱਜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਗੋਪਾਲ ਪਾਂਧੇ ਨੂੰ ਆਖਦੇ ਨੇ ਨਾ, ਤੇ ਕਹਿਣ ਲੱਗੇ ਵੀ ਬਾਲ ਨੂੰ ਬੜੇ ਹਿੱਤ ਦੇ ਨਾਲ, ਚਿੱਤ ਦੇ ਨਾਲ, ਰੁਚੀ ਰੱਖ ਕੇ ਪੜ੍ਹਾਈ ਕਰਾਓ, ਚੰਗੇ ਤਰੀਕੇ ਦੇ ਨਾਲ ਮੇਰੇ ਬਾਲਕ ਨੂੰ ਪੜ੍ਹਾਉਣਾ ਕਰੋ। ਉਹ ਮਹਿਤਾ ਕਾਲੂਦਾਸ ਜੀ ਹੁਣ ਇਹ ਨਹੀਂ ਨਾ ਜਾਣਦੇ ਵੀ ਕੱਲ੍ਹ ਦੇ ਦਿਨ ਦੇ ਵਿੱਚ ਕੀ ਵਿਚਾਰ ਚਰਚਾ ਹੋਈ ਸੀ, ਪੁੱਤਰ ਦੇ ਵਿੱਚ ਤੇ ਗੋਪਾਲ ਪਾਂਧੇ ਦੇ ਵਿਚਕਾਰ ਕੀ ਚਰਚਾ ਹੋਈ ਸੀ। ਹੁਣ ਪਿਤਾ ਜੀ ਨੂੰ ਨਹੀਂ ਪਤਾ, ਤੇ ਉਹ ਆ ਕੇ ਉਸ ਅਧਿਆਪਕ ਨੂੰ ਕਹਿੰਦੇ ਨੇ ਵੀ ਮੇਰੇ ਪੁੱਤਰ ਨੂੰ ਸੋਹਣੇ ਤਰੀਕੇ ਦੇ ਨਾਲ ਚਿੱਤ ਲਾ ਕੇ ਪੜ੍ਹਾਈ ਕਰਾਓ। ਸੁਣ ਬੋਲਿਓ ਮਨ ਸੋ ਕਰ ਬੰਧਨ, ਵਿਦਿਆ ਨਿਪੁੰਨੰਗ ਕਮਤ ਨਿਕੰਦਨ। ਹੁਣ ਇਹ ਸਾਰਾ ਕੁਝ ਸੁਣ ਕੇ ਪੰਡਤ ਗੋਪਾਲ ਪਾਂਧਾ ਮਹਿਤਾ ਕਾਲੂਦਾਸ ਜੀ ਨੂੰ ਆਖਦੇ ਨੇ, ਨਮਸਕਾਰ ਕਰਦੇ ਨੇ, ਸੀਸ ਝੁਕਾਉਂਦੇ ਨੇ ਤੇ ਆਖਦੇ ਨੇ ਕਿ ਵਿਦਿਆ ਨਿਪੁੰਨੰਗ ਕਮਤ ਕੇ ਨਿਕੰਦਨ, ਕਿ ਇਸ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ ਹੈ। ਇਹ ਤਾਂ ਕਹਿੰਦੇ ਧੁਰ ਤੋਂ ਹੀ ਵਿਦਿਆ ਪ੍ਰਾਪਤ ਕਰਕੇ ਆਇਆ। ਹੁਣ ਗੋਪਾਲ ਪਾਂਧਾ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਆਪਣੇ ਕੰਨਾਂ ਦੇ ਨਾਲ ਆਪਣੇ ਪਤੀ ਜੋ ਸ਼ਬਦ ਪਾਤਸ਼ਾਹ ਜੀ ਨੂੰ ਉਚਾਰਨ ਕੀਤਾ ਸੀ, ਉਹ ਸਰਵਣ ਕੀਤਾ ਸੀ ਨਾ, ਤੇ ਉਹ ਪਾਤਸ਼ਾਹ ਜੀ ਦੇ ਗਿਆਨ ਨੂੰ ਦੇਖਦਿਆਂ, ਪਾਤਸ਼ਾਹ ਜੀ ਦੇ ਕੋਲੋਂ ਗਿਆਨ ਹਾਸਲ ਕਰਦਿਆਂ, ਮਨ ਦਾ ਟਿਕਾ, ਮਨ ਦਾ ਆਸਰਾ, ਮਨ ਦਾ ਧੀਰਜ ਪ੍ਰਾਪਤ ਕਰਦਿਆਂ ਹੁਣ ਮਹਿਤਾ ਕਾਲੂਦਾਸ ਜੀ ਨੂੰ ਆਖਦਾ ਵੀ ਤੁਹਾਡੇ ਪੁੱਤਰ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ ਹੈ। ਇਹ ਤਾਂ ਧੁਰ ਤੋਂ ਹੀ, ਦਰਗਾਹ ਤੋਂ ਹੀ ਵਿਦਿਆ ਹਾਸਲ ਕਰਕੇ ਆਏ ਨੇ, ਤੇ ਇੰਨੇ ਵਿਦਿਆ ਦੇ ਵਿੱਚ ਨਿਪੁੰਨ ਨੇ, ਤੇ ਇਹ ਖੋਟੀ ਬੁੱਧ ਦੇ ਨਾਸ਼ ਵਾਸਤੇ ਆਏ ਨੇ। ਜਿਨ੍ਹਾਂ ਦੀ ਬੁੱਧੀ ਖੋਟੀ ਹੈ ਨਾ, ਮਤ ਖੋਟੀ ਹੈ, ਉਹਨਾਂ ਦਾ ਨਾਸ਼ ਕਰਨ ਵਾਸਤੇ ਆਏ ਨੇ, ਉਹਨਾਂ ਦੀ ਮਤ ਨੂੰ ਸੁਧਾਰਨ ਵਾਸਤੇ ਆਏ ਨੇ। ਇਹ ਤਾਂ ਧੁਰ ਤੋਂ ਹੀ ਵਿਦਿਆ ਹਾਸਲ ਕਰਕੇ ਆਏ ਨੇ। ਇਹ ਹੁਣ ਪਾਂਧਾ ਮਹਿਤਾ ਕਾਲੂਦਾਸ ਜੀ ਦੇ ਨਾਲ ਵਿਚਾਰ ਚਰਚਾ ਕਰਦਾ ਹੈ। ਇਸ ਤੇ ਅਧਿਕ ਜੋ ਹੋਏ ਪੜਾਵੈ, ਜਗਤ ਮਾਏ ਸਮ ਕੋ ਨ ਦਿਸਾਵੈ। ਤੇ ਹੁਣ ਗੋਪਾਲ ਪਾਂਧਾ ਆਖਦਾ ਵੀ ਇਹਨਾਂ ਤੋਂ ਕੋਈ ਵੱਧ ਪੜ੍ਹਿਆ ਲਿਖਿਆ ਹੋਵੇ, ਇਹਨਾਂ ਤੋਂ ਵੱਧ ਗਿਆਨ ਦੇ ਵਿੱਚ ਰੁਚੀ ਰੱਖਦਾ ਹੋਵੇ, ਜਿਸ ਦੇ ਕੋਲ ਪਾਤਸ਼ਾਹ ਜੀ ਨਾਲੋਂ ਵੱਧ ਗਿਆਨ ਹੋਵੇ ਨਾ, ਉਹੀ ਇਹਨਾਂ ਨੂੰ ਪੜ੍ਹਾ ਸਕਦਾ। ਕਹਿੰਦੇ ਵੀ ਜਗਤ ਵਿੱਚ ਸਮ ਦਾ ਭਾਵ ਹੁੰਦਾ ਬਰਾਬਰ, ਜਗਤ ਮਾਹੇ ਸਮ ਕੋ ਨ ਦਿਸਾਵੈ, ਕਿ ਜਗਤ ਦੇ ਵਿੱਚ ਇਹਨਾਂ ਦੇ ਬਰਾਬਰ ਦੇ ਗਿਆਨ ਵਾਲਾ ਮੈਨੂੰ ਅੱਜ ਤੱਕ ਕੋਈ ਨਹੀਂ ਦਿਖਿਆ। ਇਹਨਾਂ ਤੋਂ ਸਾਰੇ ਖੋਟੀ ਮੱਤ ਵਾਲੇ ਦੇਖੇ ਨੇ, ਪਰ ਇੰਨਾ ਗਿਆਨਵਾਨ ਇੰਨੀ ਛੋਟੀ ਉਮਰ ਦੇ ਵਿੱਚ ਮੈਂ ਕਿਸੇ ਨੂੰ ਨਹੀਂ ਦੇਖਿਆ। ਇਹ ਧੁਰ ਤੋਂ ਹੀ ਵਿਦਿਆ ਪ੍ਰਾਪਤ ਕਰਕੇ ਆਏ ਨੇ, ਤੇ ਇਹਨਾਂ ਨੂੰ ਤਾਂ ਉਹੀ ਪੜ੍ਹਾ ਸਕਦਾ ਵੀ ਜਿਹੜਾ ਇਹਨਾਂ ਨਾਲੋਂ ਵੱਧ ਗਿਆਨ ਰੱਖਦਾ ਹੋਵੇ। ਦੋਹਰਾ ਸੁਤ ਕੋ ਸੁਤ ਨਹਿ ਜਾਣਿਓ, ਹੈ ਕਿਹ ਕੋ ਅਵਤਾਰ, ਬਿਨਾ ਪੜ੍ਹੇ ਹੀ ਪੜ੍ਹ ਰਹਿਓ, ਸਭਨ ਪੜਾਵਨਹਾਰ। ਤੇ ਹੁਣ ਪਾਂਧਾ ਆਖਦਾ ਹੈ ਕਿ ਆਪਣੇ ਪੁੱਤ ਨੂੰ ਨਾ ਕੱਲਾ ਪੁੱਤਰ ਨਾ ਜਾਣਿਓ। ਤੁਹਾਡੇ ਘਰ ਦੇ ਵਿੱਚ ਮੰਨਿਆ ਇਸ ਨੇ ਜਨਮ ਲਿਆ, ਤੁਹਾਡਾ ਪੁੱਤਰ ਹੈ, ਤੁਸੀਂ ਇਸ ਦੇ ਪਿਤਾ ਹੋ, ਕੇਵਲ ਇਸ ਨੂੰ ਪੁੱਤਰ ਕਰਕੇ ਨਾ ਜਾਣਿਓ। ਕਹਿੰਦੇ ਹੈ ਕਿਨ ਕੋ ਅਵਤਾਰ, ਇਹ ਤਾਂ ਕੋਈ ਅਵਤਾਰ ਹੀ ਹੈ, ਕੋਈ ਅਵਤਾਰ ਹੀ ਇਸ ਨੇ ਧਾਰਨ ਕੀਤਾ ਹੈ। ਤੁਹਾਡਾ ਆਮ ਬੱਚਿਆਂ ਵਰਗਾ ਬੱਚਾ ਨਹੀਂ, ਇਹ ਤੁਸੀਂ ਆਮ ਪੁੱਤਰ ਕਰਕੇ ਨਾ ਜਾਣਿਓ। ਬਿਨਾਂ ਪੜ੍ਹੇ ਹੀ ਪੜ੍ਹ ਰਹੇ ਹੋ, ਵੀ ਬਿਨਾਂ ਪੜ੍ਹਾਇਆ ਹੀ ਸਭ ਕੁਝ ਪੜ੍ਹਿਆ ਹੋਇਆ ਹੈ, ਇਸ ਨੂੰ ਵਿਦਿਆ ਦੀ ਲੋੜ ਨਹੀਂ। ਕਹਿੰਦੇ ਸਭਨ ਪੜਾਵਨਹਾਰ, ਤੇ ਇਹ ਤਾਂ ਸਾਰੇ ਜਗਤ ਨੂੰ ਪੜ੍ਹਾਉਣ ਜੋਗੇ ਨੇ। ਇਹਨਾਂ ਦੇ ਵਿੱਚ ਇੰਨਾ ਗਿਆਨ ਹੈ ਨਾ, ਇਹ ਤਾਂ ਸਾਰੇ ਜਗਤ ਨੂੰ, ਪੂਰੀ ਕਾਇਨਾਤ ਨੂੰ ਪੜ੍ਹਾਉਣ ਲੱਗ ਜਾਣ, ਤੇ ਇਹਨਾਂ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ ਹੈ। ਚੌਪਈ ਇਸ ਪੜ੍ਹਨੇ ਕੇ ਪਰੋ ਨਾ ਖਿਆਲੇ, ਸਭ ਕਰਤਾ ਜੋ ਵਿਦਿਆ ਜਾਲੇ। ਕਹਿੰਦੇ ਵੀ ਇਹਨਾਂ ਨੂੰ ਪੜ੍ਹਾਉਣ ਦਾ ਖਿਆਲ ਆਪਣੇ ਮਨ ਦੇ ਵਿੱਚੋਂ ਕੱਢ ਦਿਓ। ਹੁਣ ਗੋਪਾਲ ਪਾਂਧਾ ਮਹਿਤਾ ਕਾਲੂਦਾਸ ਜੀ ਨੂੰ ਬੇਨਤੀ ਕਰਦਾ ਵੀ ਆਪਣੇ ਮਨ ਦੇ ਵਿੱਚ ਹੁਣ ਖਿਆਲ ਕੱਢ ਦਿਓ ਵੀ ਇਹਨਾਂ ਨੂੰ ਪੜ੍ਹਾਉਣਾ ਹੈ, ਜਾਂ ਮੇਰੇ ਕੋਲ ਪੜ੍ਹਨ ਦੇ ਲਈ ਭੇਜਦੇ ਹੋ ਨਾ, ਇਹਦਾ ਖਿਆਲ ਆਪਣੇ ਚਿੱਤ ਦੇ ਵਿੱਚੋਂ ਵਿਸਾਰ ਦੇਵੋ। ਕਹਿੰਦੇ ਸਭ ਕਰਤਾ ਜੋ ਵਿਦਿਆ ਜਾਲੇ, ਤੇ ਇਹ ਤਾਂ ਮਾਲਕ ਨੇ, ਕਹਿੰਦੇ ਸਾਰੀਆਂ ਵਿਦਿਆਵਾਂ ਜਾਣਦੇ ਨੇ, ਜਿੰਨੀਆਂ ਵੀ ਵਿਦਿਆ ਨੇ ਨਾ, ਸਾਰਿਆਂ ਦੇ ਗਿਆਤਾ ਨੇ, ਸਾਰੀ ਵਿਦਿਆ ਜਾਣਦੇ ਨੇ। ਹੁਣ ਤੁਸੀਂ ਇਹ ਖਿਆਲ ਛੱਡ ਦਿਓ ਵੀ ਇਹਨਾਂ ਨੂੰ ਕੋਈ ਪੜ੍ਹਾਊਗਾ, ਇਹ ਤਾਂ ਧੁਰ ਤੋਂ ਹੀ ਵਿਦਿਆ ਹਾਸਲ ਕਰਕੇ ਆਏ ਹੋਏ ਨੇ।
ਦੀਪ ਦੇ ਪਾਏ ਬਿਰਤਾਸ ਸਮਾਈ, ਤਮ ਹਰ ਬੇਕੋ ਨਰ ਉਦਤਾਈ। ਕਹਿੰਦੇ ਵੀ ਜੇਕਰ ਕੋਈ ਸੂਰਜ ਦੀ ਰੋਸ਼ਨੀ ਦੇ ਮੂਹਰੇ ਨਾ ਦੀਵਾ ਬਾਲ ਦੇਵੇ ਤੇ ਉਹ ਦੀਵਾ ਸੂਰਜ ਦੀ ਰੋਸ਼ਨੀ ਨਾਲੋਂ ਵੱਧ ਪ੍ਰਕਾਸ਼ ਨਹੀਂ ਕਰ ਸਕਦਾ। ਕਹਿੰਦੇ ਮਨੁੱਖ ਬੇਸ਼ੱਕ ਕਿੰਨਾ ਵੀ ਉਦਮ ਕਰੇ, ਕਿੰਨਾ ਵੀ ਯਤਨ ਕਰੇ, ਉਹ ਹਨੇਰਾ ਦੂਰ ਨਹੀਂ ਕਰ ਸਕਦਾ ਹੋਰ, ਕਿਉਂਕਿ ਸੂਰਜ ਦਾ ਪ੍ਰਤਾਪ ਬਹੁਤ ਜ਼ਿਆਦਾ ਹੈ, ਸੂਰਜ ਦਾ ਪ੍ਰਕਾਸ਼ ਬਹੁਤ ਜ਼ਿਆਦਾ ਹੁੰਦਾ। ਉਸ ਦੇ ਸਾਹਮਣੇ ਦੀਵੇ ਦੀ ਕੋਈ ਪਾਇਆ ਨਹੀਂ, ਦੀਵੇ ਦਾ ਕੋਈ ਹੋਂਦ ਨਹੀਂ, ਦੀਵੇ ਨਾਲੋਂ ਵੱਧ ਪ੍ਰਕਾਸ਼ ਸੂਰਜ ਦਾ ਆਪਣਾ ਹੈ। ਤੇ ਕਹਿੰਦੇ ਵੀ ਸੂਰਜ ਦੇ ਸਾਹਮਣੇ ਦੀਵਾ ਕੋਈ ਵੀ ਲੋ ਨਹੀਂ ਕਰ ਸਕਦਾ। ਦੀਪਕ ਤੇ ਕਿਆ ਹੋਏ ਪ੍ਰਕਾਸ਼ਾ, ਫੀਕੀ ਪ੍ਰਭਾ ਪਰੈ ਅਗਤਾਸਾ। ਕਹਿੰਦੇ ਦੀਵੇ ਵਿਚਾਰੇ ਦੀ ਕੀ ਰੋਸ਼ਨੀ ਹੈ ਸੂਰਜ ਦੇ ਸਾਹਮਣੇ, ਦੀਵਾ ਕੀ ਸੂਰਜ ਦਾ ਮੁਕਾਬਲਾ ਕਰ ਲਵੇਗਾ। ਤੇ ਇਸੇ ਤਰ੍ਹਾਂ ਕਹਿੰਦੇ ਵੀ ਫੀਕੀ ਪ੍ਰਭਾ ਪਰੈ ਅਗਤਾਸਾ, ਕਿ ਉਸ ਦਾ ਫਿੱਕਾ ਪ੍ਰਕਾਸ਼ ਸੂਰਜ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਦੀਵੇ ਦੇ ਵਿੱਚ ਇੰਨੀ ਤਾਕਤ ਨਹੀਂ ਉਹ ਸੂਰਜ ਦਾ ਮੁਕਾਬਲਾ ਕਰ ਸਕੇ। ਸੁਤ ਉਸਤਤ ਸੁਣਾ ਸ਼ਰੁਤ ਮਹਿਕਾਲੋ, ਬਿਨ ਸ਼ਰਦਾ ਉਰ ਹਰਖ ਵਿਸਾਲੋ। ਜਦ ਹੁਣ ਪਿਤਾ ਜੀ ਨੇ ਆਪਣੇ ਪੁੱਤਰ ਦੇ ਬਾਬਤ ਗੋਪਾਲ ਪਾਂਧੇ ਦੇ ਕੋਲੋਂ ਇਹ ਸੁਣਿਆ, ਸਾਰਾ ਕੁਝ ਵਿਚਾਰ ਸੁਣੇ ਨਾ, ਆਪਣੇ ਪੁੱਤਰ ਦੀ ਵਡਿਆਈ ਸੁਣੀ, ਤਾਂ ਮਨ ਦੇ ਵਿੱਚ ਬਹੁਤ ਖੁਸ਼ ਹੁੰਦੇ ਨੇ। ਮਨ ਦੇ ਵਿੱਚ ਬਹੁਤ ਉਹਨਾਂ ਦੇ ਜਿਹੜੀਆਂ ਨੇ ਬਲਗਾਵਾਂ, ਜਿਹੜੀਆਂ ਵੇਗ ਨੇ ਵਗਦੇ ਨੇ, ਉਹ ਆਪਣੇ ਮਨ ਦੇ ਵਿੱਚ ਖੁਸ਼ੀ ਜ਼ਾਹਰ ਕਰਦੇ ਨੇ। ਸਾਰਾ ਕੁਝ ਸੁਣਦੇ ਨੇ, ਕੰਨਾਂ ਨਾਲ ਆਪਣੇ ਪੁੱਤਰ ਦੀ ਸਿਫਤ ਸਲਾਹ ਸੁਣਦੇ ਨੇ ਤੇ ਦਿਲ ਦੇ ਵਿੱਚ ਬਹੁਤ ਆਨੰਦਿਤ ਮਹਿਸੂਸ ਕਰਦੇ ਨੇ, ਪ੍ਰਸੰਨ ਹੁੰਦੇ ਨੇ। ਹਟ ਕਰ ਘਰ ਆਵਤ ਪਾਸੋ, ਕਰਨ ਲੱਗਿਓ ਕਾਰਜ ਨਿਜ ਜੋ। ਤੇ ਇਸੇ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਪੰਡਤ ਦੇ ਕੋਲੋਂ ਇਹ ਸਾਰਾ ਕੁਝ ਪਾਂਧੇ ਦੇ ਕੋਲੋਂ ਜਦੋਂ ਸੁਣਿਆ ਨਾ, ਗੋਪਾਲ ਪਾਂਧੇ ਦੇ ਕੋਲੋਂ, ਘਰ ਨੂੰ ਵਾਪਸ ਆ ਜਾਂਦੇ ਨੇ ਮਹਿਤਾ ਕਾਲੂ ਜੀ। ਤੇ ਘਰੇ ਆ ਕੇ ਕਹਿੰਦੇ ਕਰਨ ਲੱਗਿਓ ਕਾਰਜ ਨਿਜ ਜੋ, ਵੀ ਜੋ ਵੀ ਨਿਜ ਦਾ ਕਾਰਜ ਹੈ ਨਾ ਉਹਨਾਂ ਦਾ, ਜੋ ਰੋਜ਼ਾਨਾ ਦੀ ਕਾਰ ਕਰਦੇ ਨੇ, ਉਹ ਦੁਬਾਰਾ ਤੋਂ ਉਸੇ ਕੰਮ ਦੇ ਵਿੱਚ ਜੁਟ ਜਾਂਦੇ ਨੇ, ਪਟਵਾਰੀ ਦੇ ਕੰਮ ਦੇ ਵਿੱਚ ਲੱਗ ਜਾਂਦੇ ਨੇ, ਆਪਣੇ ਦੁਨਿਆਵੀ ਕੰਮ ਕਾਜ ਦੇ ਵਿੱਚ ਲੱਗ ਜਾਂਦੇ ਨੇ। ਸ੍ਰੀ ਨਾਨਕ ਕੀ ਇੱਛਾ ਜਿਹਵਾ, ਵਿਚਰੇ ਬਾਲਕ ਮੈਂ ਮਿਲਤੈ ਹਵਾ। ਕਹਿੰਦੇ ਸ੍ਰੀ ਨਾਨਕ ਦੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਵੇਂ ਦੀ ਇੱਛਾ ਹੁੰਦੀ ਹੈ ਨਾ, ਉਸ ਤਰ੍ਹਾਂ ਹੀ ਬਾਲਕਾਂ ਦੇ ਵਿੱਚ ਵਿਚਰਦੇ ਨੇ। ਜਿਵੇਂ ਉਹਨਾਂ ਦਾ ਮਨ ਕਰਦਾ ਹੈ ਉਸੇ ਤਰ੍ਹਾਂ ਵਿਚਰੇ ਬਾਲਕ ਮੈਂ ਮਿਲੇ ਤਹਿਵਾਰ, ਤੇ ਉਸੇ ਤਰ੍ਹਾਂ ਹੀ ਬਾਲਕਾਂ ਦੇ ਵਿੱਚ ਜਾ ਕੇ ਵਿਚਰਦੇ ਨੇ। ਦੋਹਰਾ ਮਸਤਕ ਆਇਤ ਦਿਪਤ ਦੁੱਤ, ਚਿਤ ਮੋਹਤ ਨਰ ਬਾਲ। ਕਮਲ ਦਲਨ ਸੇ ਦ੍ਰਿਗ ਲਲਤ, ਆਲਿਆ ਲਾਜ ਵਿਸਾਲ। ਹੁਣ ਇੱਥੇ ਕਵੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਬਾਬਤ ਅਲੰਕਾਰ ਬੰਨ੍ਹਦੇ ਨੇ ਤੇ ਕਹਿੰਦੇ, ਆਖਦੇ ਨੇ ਕਿ ਜਿਹੜਾ ਉਹਨਾਂ ਦਾ ਮਸਤਕ ਹੈ ਨਾ, ਉਹਨਾਂ ਦਾ ਮੱਥਾ ਹੈ ਗੁਰੂ ਸਾਹਿਬ ਜੀ ਦਾ, ਚੌੜਾ ਮੱਥਾ ਹੈ ਤੇ ਪ੍ਰਕਾਸ਼ਮਈ ਹੈ, ਬੜਾ ਰੂਹਾਨੀ ਹੈ, ਨੂਰਾਨੀ ਚਿਹਰਾ ਹੈ ਪਾਤਸ਼ਾਹ ਜੀ ਦਾ। ਤੇ ਕਹਿੰਦੇ ਦੁੱਧ ਚਿੱਤ ਮੋਹਤ ਨਰਬਾਲ। ਤੇ ਜਿਹੜੇ ਸਾਰੇ ਨਰ ਇਸਤਰੀਆਂ ਜਿਹੜੇ ਵੀ ਉਸੇ ਨਗਰ ਦੇ ਰਹਿਣ ਵਾਲੇ ਨੇ ਨਾ, ਜਿਹੜੇ ਵੀ ਉਹਨਾਂ ਨੂੰ ਤੱਕਦੇ ਨੇ ਪਾਤਸ਼ਾਹ ਜੀ ਨੂੰ, ਉਹ ਨਿਹਾਲ ਹੁੰਦੇ ਨੇ, ਆਨੰਦ ਮਹਿਸੂਸ ਕਰਦੇ ਨੇ ਤੇ ਉਹਨਾਂ ਦਾ ਮਨ ਪਾਤਸ਼ਾਹ ਜੀ ਦਾ ਚਿਹਰਾ ਜਿਹੜਾ ਹੈ ਨਾ, ਉਹਨਾਂ ਦਾ ਮਨ ਮੋਹ ਲੈਂਦਾ ਹੈ। ਕਮਲ ਦਲਨ ਸੇ ਦ੍ਰਿਗ ਲਲਤ, ਤੇ ਕਮਲ ਦੇ ਪੱਤਰੇ ਵਰਗੀਆਂ, ਕਮਲ ਦੀ ਪੱਤੀਆਂ ਵਰਗੀਆਂ ਉਹਨਾਂ ਦੀਆਂ ਅੱਖਾਂ ਨੇ। ਜਿਸ ਤਰ੍ਹਾਂ ਕਮਲ ਦੇ ਫੁੱਲ ਦੀਆਂ ਪੱਤੀਆਂ ਹੁੰਦੀਆਂ ਨੇ ਨਾ, ਪੰਖੀਆਂ ਹੁੰਦੀਆਂ, ਇਸੇ ਤਰ੍ਹਾਂ ਕਹਿੰਦੇ ਵੀ ਪਾਤਸ਼ਾਹ ਜੀ ਦੀਆਂ ਅੱਖਾਂ ਨੇ, ਵੀ ਜਿਹੜੀਆਂ ਆਲਿਆ ਲਾਜ ਵਿਸ਼ਾਲ, ਜਿਹੜੀਆਂ ਲਾਜ ਦਾ ਘਰ ਹਨ ਤੇ ਬੜੀਆਂ ਵਿਸ਼ਾਲ ਹਨ। ਚੋਪਈ ਦਸਰਤ ਮਕਾ ਧਰਨ ਮਦ ਐਸੇ, ਗਿਰਾ ਸਦਨ ਹਰਿ ਹੀਰਾਵਲ ਜੈਸੇ। ਤੇ ਕਹਿੰਦੇ ਵੀ ਜਿਹੜੇ ਉਹਨਾਂ ਦੇ ਬੁੱਲ ਨੇ ਨਾ, ਬੁੱਲਾਂ ਦੇ ਵਿੱਚ ਜਿਹੜੇ ਦੰਦ ਨੇ ਉਹ ਅਜਿਹੀ ਚਮਕ ਮਾਰਦੇ ਨੇ ਵੀ ਜਿਸ ਤਰ੍ਹਾਂ ਮੰਨ ਲਓ ਸਰਸਵਤੀ ਦੇ ਘਰ ਕਹਿੰਦੇ ਹੀਰਿਆਂ ਦੀਆਂ ਮਾਲਾਂ ਟੰਗੀਆਂ ਹੋਈਆਂ ਹੋਣ, ਹੀਰਿਆਂ ਦੀਆਂ ਲੜੀਆਂ ਪਰੋ ਕੇ ਜੜੀਆਂ ਹੋਈਆਂ ਹੋਣ। ਪਾਤਸ਼ਾਹ ਜੀ ਦੇ ਮੁਖੜੇ ਦੇ ਵਿੱਚ, ਉਹਨਾਂ ਦੇ ਬੁੱਲਾਂ ਦੇ ਵਿੱਚ ਜਿਹੜੇ ਦੰਦ ਨੇ ਹੀਰਿਆਂ ਦੇ ਵਾਂਗ ਚਮਕਾਰੇ ਮਾਰਦੇ ਨੇ। ਭੁਜ ਸੁੰਦਰ ਕਰ ਸਜਦ ਕਿਉਰਾ, ਕਲ ਕੁੰਡਲ ਸ਼੍ਰੋਣਨ ਸਭ ਰੂਰਾ। ਤੇ ਕਹਿੰਦੇ ਬਾਹਾਂ ਜਿਹੜੀਆਂ ਨੇ ਨਾ ਬਹੁਤ ਸੁੰਦਰ ਨੇ,
ਹੱਥ ਬਹੱਟਿਆਂ ਵਾਂਗ ਫੱਬਦੇ ਨੇ। ਬਹੁਤ ਸੋਹਣਾ ਉਹਨਾਂ ਦੇ ਸਰੀਰ ਦਾ ਵਰਣਨ ਕਰਦੇ ਨੇ ਤੇ ਕੰਨਾਂ ਦੇ ਵਿੱਚ ਕਹਿੰਦੇ ਉਹਨਾਂ ਨੇ ਸੁੰਦਰ ਕੁੰਡਲੀਆਂ ਜਿਹੜੀਆਂ ਨੇ, ਸੋਹਣੇ ਅਲੰਕਾਰ ਜਿਹੜੇ ਗਹਿਣੇ ਨੇ ਉਹ ਪਾਏ ਹੋਏ ਨੇ। ਜਿਹੇ ਕਰੁਣਾ ਕੀ ਕੋਰਾ ਤਾਹੇ ਭਵੋ ਦਿਦ ਤੇ ਦੇ ਤੋਰਾ। ਕਹਿੰਦਾ ਜਿਹੜਾ ਵੀ ਇਸ ਮਿਹਰ ਦੇ ਸਾਗਰ ਨੂੰ, ਮਿਹਰ ਦੇ ਮਟਕੇ ਨੂੰ ਜਿਹੜਾ ਵੀ ਤੱਕਦਾ ਹੈ ਨਾ, ਵੇਖਦਾ ਹੈ, ਉਹ ਇਸ ਸੰਸਾਰ ਸਾਗਰ ਵਿੱਚ ਉਸ ਨੂੰ ਆਸਰਾ ਮਿਲ ਜਾਂਦਾ, ਉਸ ਨੂੰ ਕੋਈ ਨਾ ਕੋਈ ਓਟ ਮਿਲ ਜਾਂਦੀ, ਜਿਹੜਾ ਵੀ ਪਾਤਸ਼ਾਹ ਜੀ ਨੂੰ ਤੱਕਦਾ ਹੈ। ਇੱਕ ਪਾਸਰ ਕਾਗਦ ਕੁਸ ਲੀਨੇ ਲਗ ਪੋਥੀ ਸੀ ਕਰੇ ਅਸੀਨੇ। ਕਹਿੰਦੇ ਵੀ ਇੱਕ ਦਿਨ ਪਾਤਸ਼ਾਹ ਜੀ ਨੇ ਨਾ ਕੁਝ ਕੁ ਕਾਗਜ਼ ਫੜੇ ਤੇ ਇੱਕ ਪੋਥੀ ਆਪਣੇ ਹੱਥਾਂ ਦੇ ਵਿੱਚ ਫੜ ਲਈ। ਜਿਹੇ ਜੇ ਕੁਲ ਉਪਜੇ ਜੋ ਜੋ ਦੇਖ ਵੜਨ ਸਿਸ ਖੇਲੇ ਸੋ। ਕਹਿੰਦੇ ਵੀ ਜਿਸ ਜਿਸ ਕੁੱਲ ਦੇ ਵਿੱਚ ਕੋਈ ਜਨਮ ਲੈਂਦਾ ਹੈ ਨਾ, ਜਿਹੜੇ ਕੁੱਲ ਦੇ ਵਿੱਚ ਕੋਈ ਵੀ ਜਨਮ ਲੈਂਦਾ ਹੈ, ਕਹਿੰਦਾ ਉਹੋ ਜਿਹੇ ਹੀ ਉਹ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਦੇਖ ਵੱਡਣ ਸਿਸ ਖੇਲੇ ਸੋ, ਤੇ ਵੱਡਿਆਂ ਨੂੰ ਵੇਖ ਕੇ ਬੱਚੇ ਵੀ ਉਸ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੰਦੇ। ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਵੀ ਦੇਖਦੇ ਆ ਨਾ, ਬੱਚਿਆਂ ਨੂੰ ਜਦੋਂ ਪਤਾ ਲੱਗਦਾ ਵੀ ਮੰਨ ਲਓ ਕਿਸੇ ਦਾ ਬਾਪ ਜਾਂ ਮਾਂ ਅਧਿਆਪਕ ਹੈ, ਤਾਂ ਬੱਚੇ ਵੀ ਉਹ ਆਪਣੇ ਮਾਂ-ਬਾਪ ਦੀ ਨਕਲ ਕਰਦੇ ਨੇ। ਘਰ ਦੇ ਵਿੱਚ ਉਸੇ ਤਰ੍ਹਾਂ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਨੇ ਵੀ ਜਿਸ ਤਰ੍ਹਾਂ ਉਹਨਾਂ ਦੇ ਮਾਂ-ਬਾਪ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ, ਉਸੇ ਤਰ੍ਹਾਂ ਹੂਬਹੂ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੇਕਰ ਕਿਸੇ ਦੀ ਦੁਕਾਨ ਹੈ ਤਾਂ ਘਰ ਦੇ ਵਿੱਚ ਉਹ ਬਾਲਕ ਵੀ ਉਸੇ ਤਰ੍ਹਾਂ ਦੀਆਂ ਹੀ ਖੇਡਾਂ ਖੇਡਦੇ ਨੇ, ਆਪਣੇ ਮਾਂ-ਬਾਪ ਦੀ, ਆਪਣੇ ਵੱਡਿਆਂ ਦੀਆਂ ਰੀਸਾਂ ਕਰਦੇ ਨੇ। ਇਸੇ ਤਰ੍ਹਾਂ ਹੁਣ ਪਟਵਾਰੀ ਮਹਿਤਾ ਕਾਲੂ ਦਾਸ ਜੀ ਪਟਵਾਰੀ ਦੀ ਕਾਰ ਕਰਦੇ ਨੇ, ਤੇ ਹੁਣ ਪੁੱਤਰ ਨੇ ਆਪਣੇ ਪਿਤਾ ਦੇ ਵਾਂਗ ਰੀਸ ਕਰਨੀ ਸ਼ੁਰੂ ਕਰ ਦਿੱਤੀ। ਹੱਥ ਦੇ ਵਿੱਚ ਕੁਝ ਕਾਗਜ਼ ਲੈ ਕੇ, ਇੱਕ ਪੋਥੀ ਦੇ ਵਾਂਗ, ਕਿਤਾਬ ਦੇ ਵਾਂਗ ਹੱਥ ਦੇ ਵਿੱਚ ਫੜ ਕੇ, ਕਹਿੰਦੇ ਉਹ ਬਾਲਕਾਂ ਦੇ ਵਿੱਚ ਹੁਣ ਖੇਡਣਾ ਸ਼ੁਰੂ ਕਰ ਦਿੰਦੇ ਨੇ। ਕਰ ਮੈਂ ਕਹੇ ਕਰਹਿ ਤਿਹੁ ਲੀਲਾ ਪਤਤ ਉਦਾਹਰਣ ਬਿਰਦ ਕਹੀਲਾ। ਕਹਿੰਦੇ ਹੱਥਾਂ ਦੇ ਵਿੱਚ ਉਹ ਕਾਗਜ਼ ਦੀ ਪੋਥੀ ਲੈ ਕੇ ਨਾ ਬਾਲ ਲੀਲਾ ਕਰਦੇ ਨੇ। ਹੁਣ ਆਪਣੇ ਬਾਲਕਾਂ ਦੇ ਨਾਲ ਜਾ ਕੇ ਲੀਲਾ ਕਰਦੇ ਨੇ, ਤੇ ਉਹ ਪਾਪੀਆਂ ਦਾ ਉਧਾਰ ਕਰਨ ਵਾਸਤੇ ਪਤਿਤ ਉਦਾਹਰਣ ਬਿਰਦ ਕਹੀਲਾ, ਤੇ ਧਰਮ ਦੇ ਚਿੰਨ੍ਹਾਂ ਨੂੰ ਗ੍ਰਹਿਣ ਕਰਨ ਵਾਲੇ ਉਹ ਪਾਤਸ਼ਾਹ ਜੀ ਪਾਪੀਆਂ ਦਾ, ਦੁਸ਼ਟਾਂ ਦਾ ਉਧਾਰ ਕਰਦੇ ਨੇ। ਦੋਹਰਾ ਕਾਲੂ ਚਲ ਤਿਸ ਕਾਲ ਮਹਿ ਆਏ ਲਾਲ ਕਲ ਦੇਖ। ਬੋਲਿਓ ਬੋਲ ਬਿਲਾਸ ਕੇ ਪ੍ਰੇਮ ਤਰੇ ਜਿਉ ਵੇਖ। ਕਹਿੰਦੇ ਜਿਸ ਥਾਂ ਦੇ ਉੱਤੇ ਜਾ ਕੇ ਨਾ ਰੋਜ਼ਾਨਾ ਪਾਤਸ਼ਾਹ ਜੀ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਦੇ ਸੀਗੇ, ਜਿੱਥੇ ਜਾ ਕੇ ਉਹਨਾਂ ਦੇ ਨਾਲ ਵਿਚਾਰਾਂ ਕਰਦੇ ਸੀ, ਤੇ ਹੁਣ ਪਾਤਸ਼ਾਹ ਜੀ ਉਸੇ ਸਥਾਨ ਦੇ ਉੱਤੇ ਵਾਪਸ ਦੁਬਾਰਾ ਜਾਂਦੇ ਨੇ। ਉਹ ਹੱਥਾਂ ਦੇ ਵਿੱਚ ਕਾਗਜ਼ਾਂ ਦੀ ਪੋਥੀ ਫੜੀ ਹੋਈ ਹੈ, ਤੇ ਹੁਣ ਮਗਰ ਮਗਰ ਉਹਨਾਂ ਦੇ ਪਿਤਾ ਜੀ ਕਾਲੂ ਚਲ ਤਿਸ ਕਾਲ ਮੈਂ ਆਏ ਲਾਲ ਕਲ ਦੇਖ। ਵੀ ਮਹਿਤਾ ਕਾਲੂ ਜੀ ਵੀ ਆਪਣੇ ਸੁੰਦਰ ਪੁੱਤਰ ਨੂੰ ਵੇਖਣ ਵਾਸਤੇ ਨਾ ਉੱਥੇ ਪਹੁੰਚ ਗਏ, ਵੀ ਦੇਖਦੇ ਆ ਵੀ ਇਹ ਕੀ ਖੇਡਦੇ ਨੇ, ਕਿਹੋ ਜਿਹੀਆਂ ਖੇਡਾਂ ਖੇਡਦੇ ਨੇ ਆਪਣੇ ਬਾਲਕਾਂ ਦੇ ਸਾਥੀਆਂ ਦੇ ਨਾਲ। ਕਿਉਂਕਿ ਹੁਣ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਗੋਪਾਲ ਪਾਂਧੇ ਦੇ ਕੋਲੋਂ ਸੁਣ ਕੇ ਆਏ ਨੇ ਪਿਤਾ ਜੀ। ਹੁਣ ਦੇਖਦੇ ਨੇ ਵੀ ਦੇਖਾਂ ਵੀ ਜਾ ਕੇ ਬੱਚਿਆਂ ਦੇ ਨਾਲ ਕਿਹੋ ਜਿਹੀ ਇਹਨਾਂ ਦੀ ਵਿਚਾਰ ਚਰਚਾ ਚੱਲਦੀ ਹੈ, ਕੀ ਕੀ ਖੇਡਾਂ ਖੇਡਦੇ ਨੇ। ਇਹ ਸਾਰਾ ਕੁਝ ਦੇਖਣ ਦੇ ਲਈ ਮਹਿਤਾ ਕਾਲੂ ਦਾਸ ਜੀ ਉਸ ਸਥਾਨ ਦੇ ਉੱਤੇ ਪਹੁੰਚ ਜਾਂਦੇ ਨੇ, ਜਿੱਥੇ ਹੁਣ ਰੋਜ਼ਾਨਾ ਇਹਨਾਂ ਬਾਲਕਾਂ ਦੀ ਸਭਾ ਲੱਗਦੀ ਹੈ। ਬੋਲਿਓ ਬੋਲ ਬਿਲਾਸ ਕੇ ਪ੍ਰੇਮ ਧਰੇ ਜਿਉ ਵੇਖ। ਤੇ ਕਹਿੰਦੇ ਵੀ ਉੱਥੇ ਜਿੱਥੇ ਸਥਾਨ ਦੇ ਉੱਤੇ ਨਾ ਸਭਾ ਲੱਗੀ ਹੋਈ ਸੀ ਬਾਲਕਾਂ ਦੀ, ਬੜੇ ਮਿੱਠੇ ਬਚਨ ਕਹੇ ਪਾਤਸ਼ਾਹ ਜੀ ਨੇ। ਬੱਚਿਆਂ ਦੇ ਲਿਬਾਸ ਨੂੰ ਵੇਖ ਕੇ ਉਹ ਪਿਤਾ ਜੀ ਵੀ ਪ੍ਰੇਮ ਕਰਨ ਲੱਗ ਗਏ। ਜਦੋਂ ਉਹਨਾਂ ਦੇ ਲਿਬਾਸ ਦੇਖੇ ਨਾ ਬੱਚਿਆਂ ਦੇ, ਆਪਣੇ ਪੁੱਤਰ ਦੇ ਵਾਂਗ ਵੀ ਬਾਕੀ ਬਾਲਕਾਂ ਨੂੰ ਵੀ ਉਹ ਮਹਿਤਾ ਕਾਲੂ ਜੀ ਬੱਚਿਆਂ ਨੂੰ ਪ੍ਰੇਮ ਕਰਨ ਲੱਗ ਗਏ, ਪਿਆਰ ਦੀ ਨਿਗਾਹ ਦੇ ਨਾਲ ਦੇਖਦੇ ਨੇ। ਚੌਪਈ ਕਹੋ ਤਾਤ ਕਾਗਦ ਕਰ ਲੀਨੇ ਕਿਆ ਤੁਮ ਪੜੋ ਸੇ ਸੁਣ ਮਹਿ ਪੀਨੇ। ਹੁਣ ਪਿਤਾ ਜੀ ਆਪਣੇ ਪੁੱਤਰ ਨੂੰ ਸੰਭਾਲ ਕਰਦੇ ਨੇ ਵੀ ਦੱਸੋ ਪੁੱਤਰ ਜੀ, ਤੁਸੀਂ ਕਾਗਜ਼ ਦੇ ਵਿੱਚ, ਹੱਥਾਂ ਦੇ ਵਿੱਚ ਇਹ ਕਾਗਜ਼ ਫੜੇ ਹੋਏ ਨੇ ਨਾ, ਇਹ ਕਾਗਜ਼ਾਂ ਦੀ ਇੱਕ ਕਿਤਾਬ ਫੜੀ ਹੋਈ ਹੈ ਕਿ ਤੁਸੀਂ ਇਹਨਾਂ ਬੱਚਿਆਂ ਦੇ ਵਿੱਚ ਪੜ੍ਹ ਰਹੇ ਹੋ। ਕਹਿੰਦੇ ਤੁਸੀਂ ਇੱਥੇ ਬੈਠ ਕੇ ਪੜ੍ਹਾਈ ਕਰ ਰਹੇ ਹੋ ਵੀ ਹੱਥਾਂ ਦੇ ਵਿੱਚ ਇਹ ਕਾਗਜ਼ਾਂ ਦੀ ਜਿਹੜੀ ਪੋਥੀ ਹੈ, ਕਿਤਾਬ ਹੈ, ਫੜੀ ਹੋਈ ਹੈ। ਨੈਕ ਨ ਇਤਿਓ ਤਹੇਰਤ ਕਾਹੂ ਰਿਦਾ ਲਗਾਇਓ ਕਾਗਦ ਬਾਹੂ। ਜਦੋਂ ਪਿਤਾ ਜੀ ਨੇ ਦੇਖਿਆ ਨਾ
ਵੀ ਉਹ ਜਿਹੜੇ ਸਾਰੇ ਬਾਲਕ ਬੈਠੇ ਨੇ ਉਹਨਾਂ ਦਾ ਧਿਆਨ ਇੱਕ ਪਲ ਦੇ ਲਈ ਵੀ ਇੱਧਰ ਉੱਧਰ ਨਹੀਂ ਹੋ ਰਿਹਾ, ਉਹ ਇੱਕ ਪਲ ਦੇ ਲਈ ਵੀ ਇੱਧਰ ਉੱਧਰ ਨਹੀਂ ਦੇਖ ਰਹੇ। ਉਹਨਾਂ ਦਾ ਧਿਆਨ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੈ। ਬੱਚਿਆਂ ਦਾ ਉਹ ਆਪਣੀ ਸੁਰਤ ਨੂੰ ਉੱਥੇ ਜੋੜ ਕੇ ਬੈਠੇ ਹੋਏ ਨੇ ਤੇ ਇੱਕ ਪਲ ਦੇ ਲਈ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਡੋਲਤਾ ਨਹੀਂ ਹੈ, ਉਹ ਟਿਕਾ ਨਾਲ ਬੈਠੇ ਹੋਏ ਨੇ। ਤੇ ਇਸੇ ਤਰ੍ਹਾਂ ਕਹਿੰਦੇ ਵੀ ਕਹੋ ਤਾਤ ਕਾਗਦ ਕਰ ਲੀਨੇ, ਕਿਆ ਤੁਮ ਪੜੇ ਸੇ ਸੁਣ ਮਹਿ ਪੀਨੇ। ਨੈਕ ਨਾ ਇਹ ਤੁਤ ਹੀਰਤ ਕਾਹੂ, ਵੀ ਕਿਸੇ ਵੀ ਤਰੀਕੇ ਦੇ ਨਾਲ ਉਹ ਇੱਧਰ ਉੱਧਰ ਨਹੀਂ ਵੇਖਦੇ। ਰਿਦਾ ਲਗਾਇਓ ਕਾਗਦ ਮਾਹੂ, ਤੇ ਸਾਰਿਆਂ ਨੇ ਆਪਣਾ ਜਿਹੜਾ ਹਿਰਦੇ ਦਾ ਧਿਆਨ ਸੀ ਨਾ, ਉਹ ਪਾਤਸ਼ਾਹ ਜੀ ਦੇ ਨਾਲ ਉਹ ਕਾਗਜ਼ਾਂ ਵਿੱਚ ਵੀ ਧਿਆਨ ਰੱਖ ਰਹੇ। ਉਹ ਜਿਹੜੀ ਪੋਥੀ ਦੀ ਗੱਲ ਕਰਦੇ ਨਾ, ਕਾਗਜ਼ਾਂ ਦੀ ਕਿਤਾਬ ਦੀ ਗੱਲ ਕਰਦੇ, ਤੇ ਉਸ ਦੇ ਵੱਲ ਧਿਆਨ ਲਗਾਇਆ ਹੋਇਆ ਸਾਰੇ ਬੱਚਿਆਂ ਨੇ। ਜਿਉ ਪੰਡਤ ਬੇਦਾਂਤ ਵਿਚਾਰਤ, ਨੈਕ ਨ ਮਨ ਕੋ ਕਿਤਹੂ ਟਾਰਤ। ਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਵੇਂ ਕੋਈ ਪੰਡਤ ਹੈ ਨਾ, ਕੋਈ ਗਿਆਨੀ ਮਨੁੱਖ ਕਿਸੇ ਧਾਰਮਿਕ ਗ੍ਰੰਥ ਦੀ ਵਿਆਖਿਆ ਕਰਦਾ ਹੋਵੇ, ਕੋਈ ਧਾਰਮਿਕ ਬਚਨ ਵਿਲਾਸ ਕਰਦਾ ਹੋਵੇ ਨਾ, ਤੇ ਇਸੇ ਤਰ੍ਹਾਂ ਉਹ ਪਾਤਸ਼ਾਹ ਜੀ ਵਿਚਾਰਾ ਕਰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਆਪਣੇ ਮਨ ਨੂੰ ਥੋੜਾ ਵੀ ਉਬਾਲ ਕੇ ਇੱਧਰ ਉੱਧਰ ਕਰਨ ਨੂੰ ਤਿਆਰ ਨਹੀਂ। ਜਿਸ ਤਰ੍ਹਾਂ ਕੋਈ ਗਿਆਨਵਾਨ ਮਨੁੱਖ ਗਿਆਨ ਵੰਡਦਾ ਹੈ ਨਾ, ਤੇ ਗਿਆਨ ਹਾਸਲ ਕਰਨ ਵਾਲੇ ਟਿਕਾ ਦੇ ਨਾਲ ਧਿਆਨ ਦੇ ਨਾਲ ਉਹ ਸਾਰੀ ਵਿਚਾਰ ਚਰਚਾ ਸੁਣਦੇ ਨੇ। ਤੇ ਇਸੇ ਤਰ੍ਹਾਂ ਉਹ ਬਾਲਕ ਵੀ ਗਿਆਨ ਹਾਸਲ ਕਰਦੇ ਨੇ ਤੇ ਟਿਕਾ ਦੇ ਨਾਲ ਉੱਥੇ ਬੈਠ ਕੇ ਉਹ ਸਾਰਾ ਕੁਝ ਦੇਖਦੇ ਨੇ। ਸੁਣ ਕਰ ਪਿਤਾ ਬਚਨ ਕੋ ਬੋਲੇ, ਸੰਪਟ ਬਿਦਰਮ ਅੰਮ੍ਰਿਤ ਖੋਲੇ। ਕਹਿੰਦੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਪਿਤਾ ਜੀ ਦੇ ਕੋਲੋਂ ਬਚਨ ਸੁਣੇ ਨਾ, ਵੀ ਤੁਸੀਂ ਕੀ ਕਰ ਰਹੇ ਹੋ, ਕਿ ਇਹਨਾਂ ਦੇ ਵਿੱਚ ਬੈਠ ਕੇ ਪੜ੍ਹਦੇ ਹੋ। ਜਦੋਂ ਇਹਨਾਂ ਨੇ ਬਚਨ ਸੁਣੇ ਨਾ, ਕਹਿੰਦੇ ਇਸ ਤਰ੍ਹਾਂ ਸੰਪਟ ਬ੍ਰਿਦਮ ਅੰਮ੍ਰਿਤ ਖੋਲੇ, ਕਿ ਜਿਵੇਂ ਇੱਕ ਪੁਜਾਰੀ ਨੇ ਨਾ ਬਹੁਤ ਸੋਹਣੇ ਤਰੀਕੇ ਦੇ ਨਾਲ ਇੱਕ ਡੱਬੇ ਦੇ ਵਿੱਚ ਸੋਹਣੇ ਰੇਸ਼ਮੀ ਰੁਮਾਲ ਦੇ ਵਿੱਚ ਆਪਣੇ ਠਾਕੁਰ ਦੀ ਮੂਰਤੀ ਰੱਖੀ ਹੁੰਦੀ ਹੈ ਨਾ, ਤੇ ਇਸੇ ਤਰ੍ਹਾਂ ਕਹਿੰਦੇ ਵੀ ਆਪਣਾ ਮੁਖੜਾ ਇਸੇ ਤਰ੍ਹਾਂ ਖੋਲਿਆ ਵੀ ਜਿਸ ਤਰ੍ਹਾਂ ਮੁਖੜੇ ਦੇ ਵਿੱਚੋਂ ਕੋਈ ਚੰਗੇ ਵਿਚਾਰ ਹੁਣ ਪਾਤਸ਼ਾਹ ਜੀ ਆਖਣ ਲੱਗੇ। ਆਪਣੇ ਪਿਤਾ ਜੀ ਦੇ ਕੋਲੋਂ ਜੋ ਵੀ ਉਹਨਾਂ ਨੇ ਸੁਣਿਆ ਸੀ ਨਾ, ਉਸ ਦੇ ਪਰਥਾਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਸੋਹਣਾ ਮੁਖੜੇ ਦੇ ਵਿੱਚੋਂ ਕੁਝ ਉਚਾਰਨ ਕਰਨ ਲੱਗੇ ਨੇ। ਅੱਜ ਦੇ ਇਸ ਦੀਵਾਨ ਦੇ ਵਿੱਚ ਅਸੀਂ ਇੱਥੋਂ ਤੱਕ ਦੀ ਵਿਚਾਰ ਸਰਵਣ ਕਰ ਚੁੱਕੇ ਹਾਂ। ਕੁਝ ਕੁ ਪਲ ਅਸੀਂ ਅੱਜ ਦੇ ਇਤਿਹਾਸ ਤੋਂ ਜਾਣੂ ਹੋਣ ਦਾ ਵੀ ਯਤਨ ਕਰਦੇ ਹਾਂ। ਆਪਣੀ ਸੁਰਤ ਨੂੰ ਅਸੀਂ 1849 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁਝ ਸਮੇਂ ਤੋਂ ਬਾਅਦ ਦੇ ਹਾਲਾਤਾਂ ਵੱਲ ਲੈ ਕੇ ਜਾਂਦੇ ਹਾਂ। ਸਭ ਤੋਂ ਆਖਰੀ ਲੜਾਈ ਖਾਲਸਾ ਰਾਜ ਦੀ 14 ਮਾਰਚ ਨੂੰ ਹੁੰਦੀ ਹੈ, ਜਿਸ ਦੇ ਵਿੱਚ ਪਾਕਿਸਤਾਨ ਦਾ ਜ਼ਿਲ੍ਹਾ ਗੁਜਰਾਤ, ਜਿੱਥੇ ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਘੇਰਾ ਪਾਇਆ। ਸਿੱਖਾਂ ਦੇ ਕੋਲ ਹਥਿਆਰਾਂ ਦੀ ਘਾਟ ਹੋਣ ਦੇ ਬਾਵਜੂਦ, ਸਿੱਖ ਫੌਜ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਸਿੱਖਾਂ ਨੇ ਉਹਨਾਂ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਦਾ ਸੋਚਿਆ। ਜਿਹੜੇ ਵੀ ਸਿੱਖਾਂ ਦੇ ਲੀਡਰ ਸਨ, ਤੇ ਉਹਨਾਂ ਨੇ ਅਫਗਾਨੀਆਂ ਦੀ ਫੌਜ ਦੇ ਨਾਲ ਕੁਝ ਕੁ ਵਿਚਾਰ ਕੀਤੀ ਵੀ ਸਾਨੂੰ ਸਹਾਇਤਾ ਦੀ ਲੋੜ ਹੈ, ਮਦਦ ਦੀ ਲੋੜ ਹੈ, ਸਾਡੀ ਸਹਾਇਤਾ ਕੀਤੀ ਜਾਵੇ। ਕਿਉਂਕਿ ਅਫਗਾਨਿਸਤਾਨ ਦੀ ਜਿਹੜੀ ਫੌਜ ਸੀ ਨਾ, ਉਹ ਸਿੱਖਾਂ ਦਾ ਬਹੁਤ ਦਬਦਬਾ ਸੀ ਤੇ ਸਿੱਖਾਂ ਦੀ ਹਰ ਗੱਲ ਮੰਨਦੇ ਸੀ। ਕਿਉਂਕਿ ਸਿੱਖਾਂ ਦਾ ਉਹਨਾਂ ਨੇ ਵੀ ਜਿਹੜਾ ਜ਼ੋਰ ਸੀ ਉਹਨਾਂ ਨੇ ਦੇਖਿਆ ਸੀ ਨਾ। ਅਫਗਾਨੀਆਂ ਦੀ ਫੌਜ ਆਈ ਤਾਂ ਸੀ ਸਿੱਖਾਂ ਦਾ ਸਾਥ ਦੇਣ ਵਾਸਤੇ, ਪਰ ਜਦੋਂ ਅੰਗਰੇਜ਼ਾਂ ਦੇ ਮੂਹਰੇ ਹਥਿਆਰ ਦੇਖੇ, ਸ਼ਸਤਰ ਦੇਖੇ, ਤਾਂ ਉਹ ਇਸੇ ਤਰ੍ਹਾਂ ਅਫਗਾਨੀ ਜਿਹੜੇ ਸੀ ਵਾਪਸ ਚਲੇ ਗਏ ਤੇ ਸਿੱਖਾਂ ਦਾ ਸਾਥ ਨਹੀਂ ਦਿੱਤਾ। ਪਰ ਫਿਰ ਵੀ ਜਿਹੜੀਆਂ ਸਿੱਖ ਫੌਜਾਂ ਸਨ, ਵਧੀਆ ਤਰੀਕੇ ਦੇ ਨਾਲ ਜੰਗ ਦੇ ਵਿੱਚ ਲੜਦੀਆਂ ਨੇ ਤੇ ਜੰਗ ਦਾ ਮੁਕਾਬਲਾ ਕਰਦੇ ਨੇ। ਅੰਤ ਨੂੰ ਜਦੋਂ ਦੇਖਿਆ ਵੀ ਚਾਰੇ ਪਾਸਿਆਂ ਤੋਂ ਸਿੱਖ ਫੌਜ ਨੂੰ ਘੇਰਾ ਪਾ ਲਿਆ ਬ੍ਰਿਟਿਸ਼ ਸਰਕਾਰ ਨੇ, ਤਾਂ ਬ੍ਰਿਟਿਸ਼ ਸਰਕਾਰ ਨੇ ਜਦੋਂ ਘੇਰਾ ਪਾਇਆ ਤਾਂ ਸਿੱਖਾਂ ਦੇ ਹਥਿਆਰ ਹੱਥਾਂ ਦੇ ਵਿੱਚੋਂ ਸੁਟਾ ਦਿੱਤੇ ਗਏ। ਕੁਝ ਕੁ ਅੰਗਰੇਜ਼ ਇਤਿਹਾਸਕਾਰ ਵੀ ਹੋਏ ਨੇ ਜਿਨ੍ਹਾਂ ਨੇ ਸਿੱਖਾਂ ਦਾ ਇਤਿਹਾਸ ਬਹੁਤ ਸੋਹਣੇ ਤਰੀਕੇ ਦੇ ਨਾਲ ਲਿਖਿਆ। ਤੇ ਉਹ ਇਤਿਹਾਸਕਾਰ ਲਿਖਦੇ ਨੇ ਵੀ ਜਦੋਂ ਕਹਿੰਦੇ ਵੀ ਅਖੀਰ ਦੇ ਵਿੱਚ ਇੱਕ ਬਜ਼ੁਰਗ ਨੇ ਆਪਣੇ ਹੱਥ ਦੇ ਵਿੱਚੋਂ ਨਾ ਹਥਿਆਰ ਸੁੱਟਿਆ, ਹਥਿਆਰ ਸੁੱਟਦਾ ਭੁੱਬਾ ਮਾਰ ਕੇ ਰੋ ਕੇ ਆਖਿਆ, ਕਹਿੰਦਾ ਵੀ ਅਸਲ ਦੇ ਵਿੱਚ ਅੱਜ ਮਹਾਰਾਜਾ ਰਣਜੀਤ ਸਿੰਘ ਮਰਿਆ। ਅੱਜ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ। 14 ਮਾਰਚ ਨੂੰ 1849 ਈਸਵੀ ਨੂੰ ਗੁਜਰਾਤ ਦੇ ਵਿੱਚ ਜੰਗ ਹੁੰਦੀ ਤੇ ਉਸ ਤੋਂ ਠੀਕ 15 ਦਿਨ ਬਾਅਦ 29 ਮਾਰਚ 1849 ਈਸਵੀ ਨੂੰ ਖਾਲਸਾ ਦਰਬਾਰ ਸਜਾਇਆ ਜਾਂਦਾ ਲਾਹੌਰ ਦੀ ਧਰਤੀ ਦੇ ਉੱਤੇ। ਇਹ ਆਖਰੀ ਵਾਰੀ ਖਾਲਸਾ ਦਰਬਾਰ ਸਜਿਆ ਸੀ। ਇਸ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ, ਜਿਹੜਾ ਉਸ ਸਮੇਂ ਮਹਾਰਾਜੇ ਦੇ ਤਖਤ ਦੇ ਉੱਤੇ ਬੈਠਾ ਸੀ, ਬ੍ਰਿਟਿਸ਼ ਸਰਕਾਰ ਨੇ
ਲਾਰਡ ਡਲਹੌਜੀ ਹੁਣਾਂ ਵਰਗਿਆਂ ਨੇ ਰਲ ਮਿਲ ਕੇ ਉਸ ਦੇ ਕੋਲੋਂ ਧੱਕੇ ਦੇ ਨਾਲ ਕਾਗਜ਼ਾਂ ਦੇ ਉੱਤੇ ਦਸਤਖਤ ਕਰਾਏ, ਜਿਹੜੀ ਰੋਮਨ ਭਾਸ਼ਾ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਦਸਤਖਤ ਕੀਤੇ ਸੀ। ਬਾਅਦ ਦੇ ਵਿੱਚ ਉਹ ਸਾਰਾ ਮਤਾ ਉਸ ਸਭਾ ਦੇ ਵਿੱਚ ਜਿੰਨੇ ਵੀ ਇਕੱਠੇ ਹੋਏ ਸੀ ਸਾਰਿਆਂ ਨੂੰ ਸੁਣਾਇਆ ਗਿਆ, ਜਿਸ ਦੇ ਵਿੱਚ ਇਹ ਸ਼ਰਤਾਂ ਰੱਖੀਆਂ ਹੋਈਆਂ ਸਨ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਕੇਵਲ 10 ਸਾਲ ਦੀ ਸੀ। ਉਹਦੇ ਵਿੱਚ ਜੋ ਜੋ ਸ਼ਰਤਾਂ ਸਾਨੂੰ ਸਾਰੀਆਂ ਸੁਣਾਈਆਂ ਵੀ ਮੈਂ ਦਲੀਪ ਸਿੰਘ ਅੱਜ ਤੋਂ ਜਿਹੜਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਰਾਜ ਤੋਂ ਪੂਰੀ ਕੌਮ ਦਾ ਹੱਕ ਛੱਡਦਾ ਹਾਂ। ਅੱਜ ਤੋਂ ਬਾਅਦ ਸਾਡੇ ਘਰਾਣੇ ਦੇ ਵਿੱਚ ਕੋਈ ਵੀ ਇਸ ਤਖਤ ਦੇ ਉੱਤੇ ਨਹੀਂ ਬੈਠੇਗਾ। ਇਹ ਸਾਰਾ ਤਖਤ, ਇਹ ਸਾਰਾ ਸਾਜੋ ਸਮਾਨ, ਜਿੰਨੇ ਵੀ ਗਹਿਣੇ ਨੇ ਸਮੇਤ ਕੋਹੇਨੂਰ ਹੀਰੂ ਦੇ ਮੈਂ ਬ੍ਰਿਟਿਸ਼ ਸਰਕਾਰ ਨੂੰ ਭੇਟ ਕਰਦਾ। ਜਦੋਂ ਸਾਰੇ ਸਿੱਖਾਂ ਨੇ ਜਿੰਨੇ ਵੀ ਉੱਥੇ ਬਚੇ ਸਨ ਸਾਰਿਆਂ ਨੇ ਜਦੋਂ ਇਹ ਸੁਣਿਆ ਨਾ ਭੁੱਬਾ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਆਪਣਾ ਘਰ ਅਸੀਂ ਬਣਾਈਏ, ਘਰ ਬਣਾਉਣ ਤੋਂ ਬਾਅਦ ਕੋਈ ਹੋਰ ਆ ਕੇ ਉੱਥੇ ਕਬਜ਼ਾ ਕਰ ਲਵੇ ਤੇ ਆਖੇ ਭਾਈ ਅੱਜ ਤੋਂ ਬਾਅਦ ਤੁਹਾਡਾ ਇੱਥੇ ਕਬਜ਼ਾ ਨਹੀਂ, ਸੋਚੋ ਵੀ ਦਿਲ ਦੇ ਉੱਤੇ ਕੀ ਬੀਤੇਗੀ। ਸਿੱਖਾਂ ਦਾ ਰਾਜ ਹੋਵੇ ਤੇ ਆ ਕੇ ਕਹਿਣ ਵੀ ਅੱਜ ਤੋਂ ਬਾਅਦ ਤੁਹਾਡਾ ਕੋਈ ਇਸ ਰਾਜ ਦੇ ਉੱਤੇ ਕੋਈ ਵੀ ਰਾਜ ਭਾਗ ਤੇ ਹੱਕ ਨਹੀਂ ਤੇ ਅੱਜ ਤੋਂ ਇੱਥੇ ਅੰਗਰੇਜ਼ ਸਰਕਾਰ ਹਕੂਮਤ ਕਰੇਗੀ, ਤਾਂ ਉਸ ਸਮੇਂ ਜਿਹੜੇ ਪੰਥ ਦਰਦੀ ਸੀ ਭੁੱਬਾ ਮਾਰ ਮਾਰ ਕੇ ਰੋਏ। ਤੇ ਇਸੇ ਤਰ੍ਹਾਂ ਆਪਣੀ ਸੁਰਤ ਨੂੰ ਉੱਥੇ ਲੈ ਕੇ ਜਾਈਏ ਵੀ ਜਿਸ ਸਮੇਂ ਉਸ ਸਮੇਂ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਉਤਾਰ ਕੇ ਬ੍ਰਿਟਿਸ਼ ਸਰਕਾਰ ਨੇ ਆਪਣਾ ਝੰਡਾ ਝੁਲਾਇਆ ਹੋਵੇਗਾ, ਕੀ ਬੀਤੀ ਹੋਵੇਗੀ। ਸਾਰੀ ਸਭਾ ਦੇ ਵਿੱਚ ਸੋਗ ਦੀ ਲਹਿਰ ਚੱਲ ਪਈ। ਉਸ ਸਮੇਂ ਕੁਝ ਕਹਿ ਲਈਏ ਜਾਂ ਸਾਡੇ ਆਪਣਿਆਂ ਦੀਆਂ ਗਰਦਾਰੀਆਂ ਸੀ ਜਾਂ ਸਾਡੇ ਆਪਣਿਆਂ ਨੇ ਕੁਝ ਚਾਪਲੂਸੀਆਂ ਕਰਨ ਦੇ ਵਾਸਤੇ ਇਹ ਸਾਰਾ ਕੁਝ ਕਰਵਾਇਆ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਇਤਿਹਾਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਅੱਜ ਵੀ ਖਾਲਸੇ ਨਿਸ਼ਾਨ ਨਾ ਸਾਡੀ ਉਡੀਕ ਕਰ ਰਿਹਾ ਵੀ ਕਦੋਂ ਮੇਰੇ ਵਾਰਸ ਉੱਠਣਗੇ, ਉੱਠ ਕੇ ਦੁਬਾਰਾ ਤੋਂ ਪੂਰੀ ਦੁਨੀਆ ਦੇ ਵਿੱਚ ਰਾਜ ਆਵੇਗਾ। ਰਾਜ ਆਵੇਗਾ, ਇਸ ਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਦੋ ਰਾਏ ਨਹੀਂ। ਖਾਲਸਾ ਰਾਜ ਮੁੜ ਸਥਾਪਿਤ ਹੋਵੇਗਾ। ਬਸ ਲੋੜ ਹੈ ਟੇਕ ਪਾਤਸ਼ਾਹ ਜੀ ਤੇ ਰੱਖਣ ਦੀ, ਗੁਰੂ ਦਾ ਓਟ ਆਸਰਾ ਲੈਣ ਦੀ, ਸਤਿਗੁਰੂ ਜੀ ਦੀ ਛਤਰ ਛਾਇਆ ਦੇ ਹੇਠ ਚੱਲਦਿਆਂ ਪੰਥ ਦੇ ਨਾਲ ਇਕਜੁੱਟ ਹੋ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰਤ ਹੋ ਕੇ ਤਾਂ ਹੀ ਸਾਡਾ ਖਾਲਸਾ ਰਾਜ ਦੁਆਰਾ ਤੋਂ ਸਥਾਪਿਤ ਹੋਵੇਗਾ। ਯਤਨ ਕਰੀਏ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਆਪਣੇ ਜੀਵਨ ਦਾ ਆਧਾਰ ਬਣਾਈਏ, ਸ਼ਸਤਰਧਾਰੀ ਹੋਈਏ ਤੇ ਹੋਰ ਮਨ ਦੇ ਵਿੱਚ ਉਸ ਪਰਮਾਤਮਾ ਦਾ ਓਟ ਆਸਰਾ ਤੱਕੀਏ, ਤਾਂ ਹੀ ਅਸੀਂ ਦੁਬਾਰਾ ਤੋਂ ਖਾਲਸਾ ਰਾਜ ਜਿਹੜਾ ਸਥਾਪਿਤ ਕਰ ਸਕਦੇ ਹਾਂ। ਜਦੋਂ ਤੱਕ ਸਾਡਾ ਆਪਣਾ ਕੋਈ ਵੀ ਖਿੱਤਾ ਨਹੀਂ ਹੋਵੇਗਾ ਨਾ, ਆਪਣਾ ਕੋਈ ਵੀ ਰਾਜ ਨਹੀਂ ਹੋਵੇਗਾ, ਸਾਨੂੰ ਪੈਰ ਪੈਰ ਦੇ ਉੱਤੇ ਮੌਤ ਜਿਹੜੀ ਮੰਡਰਾਉਂਦੀ ਰਹੇਗੀ। ਅਸੀਂ ਪੈਰ ਪੈਰ ਦੇ ਉੱਤੇ ਬੇਇੱਜ਼ਤ ਹੁੰਦੇ ਰਵਾਂਗੇ, ਬੇਪੱਤ ਹੁੰਦੇ ਰਵਾਂਗੇ। ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਇਸੇ ਤਰ੍ਹਾਂ ਹੀ ਲੁੱਟਦੀਆਂ ਰਹਿਣਗੀਆਂ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਥਾਂ ਥਾਂ ਦੇ ਉੱਤੇ ਹੁੰਦੀ ਰਹੇਗੀ ਜਦੋਂ ਤੱਕ ਸਾਡਾ ਆਪਣਾ ਰਾਜ ਨਹੀਂ। ਚੇਤੇ ਰੱਖਣਾ ਇਸ ਗੱਲ ਨੂੰ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਇੱਕ ਕੁੱਤੇ ਦੇ ਗਲ ਦੇ ਵਿੱਚ ਹੀਰੇ ਦਾ, ਸੋਨੇ ਦਾ ਜੜਿਆ ਹੋਇਆ ਕੈਂਠਾ ਪਾ ਕੇ ਪੂਰੇ ਰਾਜ ਦੇ ਵਿੱਚ ਘੁਮਾਇਆ ਸੀ। ਕਿਸੇ ਦੇ ਵਿੱਚ ਵੀ ਇੰਨਾ ਮਨ ਦੇ ਵਿੱਚ ਲਾਲਚ ਨਹੀਂ ਆਇਆ ਵੀ ਕੁੱਤੇ ਦੇ ਗਲ ਤੋਂ ਕੈਂਠਾ ਲਾ ਲਈਏ, ਕਿਸੇ ਨੇ ਕੀ ਪੁੱਛਣਾ। ਇੰਨਾ ਲੋਕਾਂ ਦੇ ਵਿੱਚ ਉਸ ਸਮੇਂ ਪ੍ਰਜਾ ਦੇ ਵਿੱਚ ਸਬਰ ਸੰਤੋਖ ਸੀ। ਅੱਜ ਤੁਸੀਂ ਕਿਤੇ ਜਾਓ ਕਿ ਤੁਹਾਡੀ ਚਵਾਨੀ ਵੀ ਡਿੱਗ ਜਾਵੇ ਨਾ, ਤੁਹਾਡੇ ਅੱਖਾਂ ਸਾਹਮਣੇ ਡਿੱਗੀ, ਤੁਹਾਡੇ ਅੱਖਾਂ ਸਾਹਮਣੇ ਚੱਕ ਲਈ, ਕੋਈ ਮੰਨਣ ਨੂੰ ਤਿਆਰ ਨਹੀਂ ਭਾਈ ਮੈਂ ਚੱਕੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਕਿਸੇ ਨੂੰ ਵੀ ਫਾਂਸੀ ਨਹੀਂ ਹੋਈ, ਕਿਸੇ ਨੂੰ ਵੀ ਮੌਤ ਦੇ ਸਜ਼ਾ ਦੀ ਸੁਣਾਈ ਨਹੀਂ ਗਈ ਸੀ। ਇਹੋ ਜਿਹਾ ਮਹਾਰਾਜੇ ਦਾ ਰਾਜ ਸੀ। ਅੱਜ ਵੀ ਦੁਨੀਆ ਦੇ ਉੱਤੇ ਜਿਹੜੇ ਤਖਤਿਆਂ ਦੇ ਉੱਤੇ ਰਾਜ ਕਰਨ ਵਾਲੇ ਨੇ ਨਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਉਦਾਹਰਨਾਂ ਦਿੰਦੇ ਨੇ। ਪਰ ਚੇਤੇ ਰੱਖਣਾ, ਸਾਡੇ ਬੱਚਿਆਂ ਨੂੰ ਆਪਣੇ ਮਹਾਰਾਜੇ ਦੇ ਬਾਰੇ ਕੁਝ ਨਹੀਂ ਪਤਾ। ਜੋ ਸਾਨੂੰ ਸਰਕਾਰਾਂ ਪੜ੍ਹਾ ਰਹੀਆਂ ਅਸੀਂ ਉਹੀ ਪੜ੍ਹ ਰਹੇ ਹਾਂ। ਕੋਈ ਕਹਿ ਰਿਹਾ ਮਹਾਰਾਜਾ ਰਣਜੀਤ ਸਿੰਘ ਸ਼ਰਾਬੀ ਸੀ, ਕੋਈ ਕਹਿ ਰਿਹਾ ਉਸਨੇ ਸਿੱਖੀ ਤੋਂ ਉਲਟ ਚੱਲ ਕੇ ਬਹੁਤ ਕੰਮ ਕੀਤੇ। ਜਦੋਂ ਤੱਕ ਅਸੀਂ ਖੁਦ ਇਤਿਹਾਸ ਨੂੰ ਪੜ੍ਹਾਂਗੇ ਨਹੀਂ ਨਾ, ਇਤਿਹਾਸ ਨੂੰ ਵਾਚਾਂਗੇ ਨਹੀਂ, ਮਾਫ ਕਰਨਾ, ਅਸੀਂ ਉਦੋਂ ਤੱਕ ਆਪਣੀ ਕੌਮ ਦੇ ਨੁਮਾਇੰਦੇ ਨਹੀਂ ਕਹਾ ਸਕਦੇ, ਆਪਣੀ ਕੌਮ ਦੇ ਵਾਰਸ ਨਹੀਂ ਕਹਾ ਸਕਦੇ, ਜਦੋਂ ਤੱਕ ਆਪਣੇ ਬੱਚਿਆਂ ਤੱਕ ਇਹ ਲੜੀ ਇਤਿਹਾਸ ਦੀ ਨਾ ਸੌਂਪੀਏ। ਸਾਡੇ ਘਰਾਂ ਦੇ ਵਿੱਚ ਕੋਈ ਪੁਰਾਣੀ ਪੋਥੀ ਪਈ ਹੋਵੇ ਨਾ, ਇਤਿਹਾਸ ਦੀ ਕਿਤਾਬ ਪਈ ਹੋਵੇ, ਤਾਂ ਅਸੀਂ ਛੇਤੀ ਦੇ ਨਾਲ ਜਦੋਂ ਕਿਤੇ ਕਵਾੜੀਆ ਆ ਜਾਵੇ ਨਾ, ਉਹ ਚੱਕ ਕੇ ਭੱਜ ਕੇ ਵੇਚਣ ਨੂੰ ਤੁਰ ਪੈਂਦੇ ਆ। ਅਸੀਂ ਇਹ ਨਹੀਂ ਯਤਨ ਕਰਦੇ ਵੀ ਸਾਡੇ ਬਜ਼ੁਰਗਾਂ ਨੇ ਰੱਖੀ ਹੈ, ਇਸ ਦੇ ਵਿੱਚ ਕੋਈ ਕੰਮ ਦੀ ਚੀਜ਼ ਹੋਵੇ ਕਿ ਕੋਈ ਪੜ੍ਹ ਕੇ ਇਸ ਤੋਂ ਗਿਆਨ ਹਾਸਲ ਕਰ ਲਈ। ਜਿਹੜੀਆਂ ਅਸਲ ਦੇ ਵਿੱਚ ਕੌਮਾਂ ਨੇ ਰਾਜ ਕੀਤਾ ਨਾ, ਮੁਗਲਾਂ ਨੇ ਰਾਜ ਕੀਤਾ। ਅੱਜ ਵੀ ਦੇਖ ਲਓ ਜਿਹੜੇ ਮੁਗਲਾਂ ਦੇ ਮਕਬਰੇ ਬਣੇ ਨੇ, ਜਿਹੜੀਆਂ ਉਹਨਾਂ ਦੀਆਂ ਲਾਇਬ੍ਰੇਰੀਆਂ ਬਣੀਆਂ ਨੇ, 5-5000 ਸਾਲ ਪੁਰਾਣੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਧਾਰਮਿਕ ਪੋਥੀਆਂ ਸਨ ਨਾ ਕੁਰਾਨ ਦੀਆਂ, ਉਹ ਅੱਜ ਵੀ ਸੰਭਾਲ ਕੇ ਰੱਖੀਆਂ ਨੇ।
ਸਾਡੇ ਕੋਲ ਕਿਤੇ 50 ਸਾਲ ਪੁਰਾਣਾ ਮਹਾਰਾਜ ਦਾ ਸਰੂਪ ਵੀ ਨਹੀਂ ਸਾਨੂੰ ਦੇਖਣ ਨੂੰ ਮਿਲਦਾ ਬਹੁਤੀਆਂ ਥਾਵਾਂ ਦੇ ਉੱਤੇ। ਇਹ ਬਹੁਤ ਗੱਲਾਂ ਵਿਚਾਰਨਯੋਗ ਨੇ। ਕਿਤੇ ਸਮਾਂ ਮਿਲੇਗਾ ਤਾਂ ਅਸੀਂ ਖੁੱਲ੍ਹ ਕੇ ਵਿਚਾਰਾ ਕਰਾਂਗੇ। ਯਤਨ ਕਰਿਓ ਇਹ ਇਤਿਹਾਸ ਦਾ ਪਲ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ। ਅੱਜ ਦੇ ਦਿਨ ਅਸਲ ਦੇ ਵਿੱਚ ਪੰਜਾਬ ਨੂੰ ਅੰਗਰੇਜ਼ ਸਰਕਾਰ ਨੇ ਬ੍ਰਿਟਿਸ਼ ਰਾਜ ਦੇ ਵਿੱਚ ਮਿਲਾ ਲਿਆ ਸੀ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਸੀ। ਕੇਵਲ ਇੱਕ ਪੰਜਾਬ ਹੀ ਇਹੋ ਜਿਹਾ ਖਿੱਤਾ ਸੀ ਜਿੱਥੇ ਅੰਗਰੇਜ਼ਾਂ ਨੂੰ 101 ਸਾਲ ਬਾਅਦ ਰਾਜ ਕਰਨ ਦਾ ਮੌਕਾ ਮਿਲਿਆ ਸੀ ਤੇ ਕੇਵਲ 99 ਸਾਲ ਰਾਜ ਕਰ ਸਕੇ ਸੀ ਸਿੱਖ। 1947 ਦੇ ਵਿੱਚ ਜਦੋਂ ਕਿਤੇ ਵੰਡ ਹੋਈ ਨਾ, ਕੁਝ ਜਿਹੜੇ ਪੰਥ ਦਰਦੀ ਨੇ ਕਹਿੰਦੇ ਜੇਕਰ ਸਾਡੇ ਕੋਲ ਆਪਣਾ ਕੋਈ ਚੰਗਾ ਲੀਡਰ ਹੁੰਦਾ, ਗਦਾਰੀ ਕਰਨ ਵਾਲਾ ਨਾ ਹੁੰਦਾ, ਜਿਸ ਤਰ੍ਹਾਂ ਮੁਸਲਮਾਨਾਂ ਨੇ ਆਪਣਾ ਪਾਕਿਸਤਾਨ ਲੈ ਲਿਆ, ਹਿੰਦੂਆਂ ਨੇ ਆਪਣਾ ਹਿੰਦੁਸਤਾਨ ਲੈ ਲਿਆ ਤੇ ਸਿੱਖਾਂ ਨੇ ਵੀ ਆਪਣਾ ਖਾਲਸਾ ਰਾਜ ਲੈ ਲੈਣਾ ਸੀ। ਕਿਉਂਕਿ ਅੰਗਰੇਜ਼ ਸਰਕਾਰ ਆਪ ਬੈਠ ਕੇ ਇਹ ਗੱਲ ਆਖਦੀ ਸੀ ਵੀ ਸਾਰੇ ਨੇ ਆਪਣਾ, ਦੋਨਾਂ ਨੇ, ਹਿੰਦੂਆਂ ਨੇ ਮੁਸਲਮਾਨਾਂ ਨੇ ਆਪਣਾ ਰਾਜ ਭਾਗ ਲੈ ਲਿਆ, ਸਿੱਖਾਂ ਦੇ ਕੋਲ ਵੀ ਆਪਣਾ ਰਾਜ ਭਾਗ ਹੋਣਾ ਚਾਹੀਦਾ। ਵੀ ਜਿਹੜੇ ਅੰਦਰ ਕਮਰਿਆਂ 'ਚ ਬੈਠ ਕੇ ਮੀਟਿੰਗਾਂ ਕਰਨ ਗਏ ਸੀ ਨਾ ਅੰਗਰੇਜ਼ਾਂ ਦੇ ਨਾਲ, ਤੇ ਉਹਨਾਂ ਨੇ ਚਾਪਲੂਸੀ ਕਰਦਿਆਂ ਨਹਿਰੂ ਪੰਡਤ ਵਰਗਿਆਂ ਦੀਆਂ, ਜਿਨ੍ਹਾਂ ਨੂੰ ਅੱਜ ਤੁਸੀਂ ਗਾਂਧੀ ਨੂੰ ਬਾਪੂ ਸਾਰੇ ਕਹਿੰਦੇ ਨੇ, ਇਹੋ ਜਿਹੇ ਲੋਕਾਂ ਨੇ ਸਾਡੀ ਕੌਮ ਨੂੰ ਮਾਰ ਲਿਆ। ਇਹੋ ਜਿਹੇ ਲੋਕਾਂ ਦੀ ਚੁੱਕ ਦੇ ਵਿੱਚ ਆ ਕੇ ਜਿਹੜੇ ਕਹਿੰਦੇ ਸੀ ਵੀ 47 ਤੋਂ ਬਾਅਦ ਵੀ ਤੁਹਾਡਾ ਆਪਣਾ ਖਿੱਤਾ ਹੋਵੇਗਾ, 47 ਨੂੰ ਕੁਝ ਸਮੇਂ ਬੀਤੇ ਸੀ ਕਿ 84 ਦੇ ਸਾਡੀ ਪਿੱਠ ਤੇ ਫਿਰ ਛੁਰਾ ਮਾਰ ਦਿੱਤਾ। ਅਸੀਂ ਮੁੜ ਕੇ ਮਸਾਂ ਕਿਤੇ ਪੈਰਾਂ ਤੇ ਖੜੇ ਹੋਣ ਲੱਗੇ ਸੀ, ਦੁਬਾਰਾ ਤੋਂ ਸਾਨੂੰ ਦਬੋਚ ਦਿੱਤਾ। ਇਹ ਕਦੇ ਵੀ ਸਾਡੀ, ਇਹ ਜਿਹੜੀ ਸਰਕਾਰ ਹੈ ਨਾ, ਇਹ ਕਦੇ ਵੀ ਸਾਡੀ ਸਿੱਖਾਂ ਦੀ ਆਪਣੀ ਨਹੀਂ ਹੋਈ। ਚਾਹੇ ਪੱਗਾਂ ਵਾਲੇ ਬੇਸ਼ੱਕ ਨੇ, ਪਰ ਪੱਗਾਂ ਤੇ ਯਕੀਨ ਨਾ ਕਰਿਓ ਕੱਲਾ, ਉਹਨਾਂ ਦੇ ਅੰਦਰ ਜਿਹੜਾ ਦਿਮਾਗ ਵਰਤ ਰਿਹਾ ਨਾ, ਉਹ ਯਕੀਨ ਕਰਿਓ। ਅੱਜ ਵੀ ਪੰਜਾਬ ਦੀ ਜਿਹੜੀ ਦੁਰਦਸ਼ਾ ਹੈ, ਕਿਤੇ ਇਹ ਨਾ ਸੋਚਿਓ ਵੀ ਬਹੁਤ ਸੋਹਣੀ ਆ ਵੀ ਸਰਕਾਰਾਂ ਬਦਲ ਗਈਆਂ। ਸਮਾਂ ਆਉਣ ਤੇ ਸਭ ਨੂੰ ਮਹਾਰਾਜ ਆਪ ਹੀ ਪ੍ਰਤੱਖ ਜ਼ਾਹਰ ਕਰ ਦੇਣਗੇ ਵੀ ਕੀ ਕੁਝ ਚੱਲ ਰਿਹਾ, ਕੀ ਕੁਝ ਨਹੀਂ ਚੱਲ ਰਿਹਾ। ਸਿੱਖਾਂ ਦੇ ਪਿੰਡਾਂ ਦੇ ਵਿੱਚ ਆ ਕੇ ਬਾਹਰੋਂ ਰਹਿਣ ਵਾਲੇ ਗੋਲੀਆਂ ਚਲਾ ਰਹੇ ਨੇ ਸਿੱਖਾਂ ਤੇ। ਕਿਹੋ ਜਿਹੇ ਦੁਰਦਸ਼ਾ। ਅੱਜ ਵੀ ਜਿਹੜੇ ਪੰਥ ਦਰਦੀ ਨੇ ਨਾ, ਕਲਗੀ ਵਾਲੇ ਨੂੰ ਯਾਦ ਕਰਦੇ ਨੇ ਵੀ ਬੋੜੀ ਕਲਗੀ ਵਾਲਿਆ, ਸਾਡਾ ਦੇਸ਼ ਨਾ ਕੋਈ, ਸਾਡਾ ਕੋਈ ਰਹਿਣ ਬਸੇਰਾ ਨਹੀਂ। ਸਿੱਖਾਂ ਨੇ ਬਥੇਰਿਆਂ ਲਈ ਘਰ ਬਣਾ ਲਏ ਪਰ ਆਪਣੇ ਲਈ ਘਰ ਨਹੀਂ ਸੋਚਿਆ। ਯਤਨ ਕਰਿਓ ਇਸ ਪੱਖ ਤੋਂ ਵਿਚਾਰਨ ਦਾ, ਤਾਂ ਜੋ ਸਾਡਾ ਵੀ ਆਪਣਾ ਰਾਜ ਜਿਹੜਾ ਹੈ ਨਾ, ਸਾਡਾ ਆਪਣਾ ਘਰਾਣਾ ਹੋਵੇ, ਅਸੀਂ ਆਪਣੇ ਘਰ ਦੇ ਵਿੱਚ ਆਜ਼ਾਦੀ ਮਾਣ ਸਕੀਏ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।